ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਮਨਾਉਣਾ ਇੱਕ ਸ਼ਲਾਘਾਯੋਗ ਉਪਰਾਲਾ ਹੈ। ਸਾਡਾ ਦੇਸ਼ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ, ਮੁਨੀਆਂ, ਯੋਧਿਆਂ, ਸੂਰਵੀਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਅਗਿਆਨਤਾ, ਅੰਧ ਵਿਸ਼ਵਾਸ, ਪਖੰਡ ਦੇ ਵਿਰੁੱਧ ਆਵਾਜ਼ ਬੁਲੰਦ ਕਰਕੇ ਜ਼ੁਲਮ ਨਾਲ ਟੱਕਰ ਲੈਂਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਮਨੁੱਖਤਾਵਾਦੀ ਸਰੋਕਾਰਾਂ ਨੂੰ ਉੱਚਾ ਉਠਾਉਣ ਲਈ ਯਤਨ ਕੀਤੇ ਅਤੇ ਧਰਮ ਦੀ ਆਜ਼ਾਦੀ, ਸੁਤੰਤਰਤਾ, ਸਮਾਨਤਾ ਲਈ ਘਾਲਣਾ ਘਾਲੀ। ਤੇ ਇਹਨਾਂ ਵਿੱਚੋਂ ਗੁਰੂ ਤੇਗ ਬਹਾਦਰ ਜੀ ਇੱਕ ਅਜਿਹੀ ਉਚੇਰੀ ਸ਼ਖਸੀਅਤ ਸਨ ਜਿਨ੍ਹਾਂ ਨੇ ਇਬਾਦਤ ਤੋਂ ਸ਼ਹਾਦਤ ਤੱਕ ਦਾ ਸਫ਼ਰ ਤੈਅ ਕੀਤਾ। ਤੇ ਅੱਜ ਉਹਨਾਂ ਦੇ 400 ਸਾਲਾਂ ਪ੍ਰਕਾਸ਼ ਪੁਰਬ ਲਈ ਹੋ ਰਹੇ ਸਮਾਗਮਾਂ, ਸਮਾਰੋਹਾਂ, ਪ੍ਰੋਗਰਾਮਾਂ ਵਿੱਚ ਉਹਨਾਂ ਦੇ ਦਿੱਤੇ ਸੰਦੇਸ਼ ਅਤੇ ਪਾਏ ਪੂਰਨਿਆਂ ਨੂੰ ਯਾਦ ਰੱਖਣਾ ਉਹਨਾਂ ਲਈ ਬਹੁਤ ਵੱਡਾ ਸਨਮਾਨ ਹੋਵੇਗਾ। ਗੁਰੂ ਤੇਗ ਬਹਾਦਰ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਪਿਤਾ ਗੁਰੂ ਹਰਗੋਬਿੰਦ ਸਾਹਿਬ ਅਤੇ ਮਾਤਾ ਨਾਨਕੀ ਦੇ ਘਰ ਉਹਨਾਂ ਦਾ ਜਨਮ ਹੋਇਆ ਅਤੇ ਉਹ ਬਚਪਨ ਵਿੱਚ ਹੀ ਨਿਰਾਲੇ ਚੋਜ ਕਰਦੇ ਸੀ। ਤਿਆਗ ਦੀ ਭਾਵਨਾ ਉਹਨਾਂ ਵਿੱਚ ਬਚਪਨ ਤੋਂ ਹੀ ਵੇਖੀ ਜਾ ਸਕਦੀ ਹੈ। ਜਦੋਂ ਉਹ ਛੋਟੀ ਉਮਰੇ ਸੀ ਤਾਂ ਉਹਨਾਂ ਦੇ ਵੱਡੇ ਭਰਾਤਾ ਭਾਈ ਗੁਰਦਿੱਤਾ ਜੀ ਦੀ ਸ਼ਾਦੀ ਦਾ ਦਿਨ ਸੀ ਤੇ ਸ਼ਾਦੀ ਵਾਲੇ ਦਿਨ ਸਾਰੇ ਤਿਆਰ ਹੋ ਕੇ ਜੰਝ ਚੜ੍ਹ ਰਹੇ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਕੀਮਤੀ ਪੁਸ਼ਾਕ ਪਹਿਨੀ ਹੋਈ ਸੀ। ਤੇ ਜਦੋਂ ਬਾਹਰ ਜੰਝ ਚੜ੍ਹਨ ਸਮੇਂ ਉਹਨਾਂ ਨੇ ਇੱਕ ਬੱਚਾ ਜੋ ਬਿਲਕੁਲ ਨਗਨ ਸੀ ਉਸ ਦਾ ਨਗੇਜ ਦੇਖਿਆ ਤਾਂ ਉਸ ਕੋਲ ਗਏ ਕਿ ਇੰਨੀ ਠੰਡ ਹੈ, ਇੰਨੀ ਠੰਡ ਹੋਣ ਦੇ ਬਾਵਜੂਦ ਕੋਈ ਤੂੰ ਵਸਤਰ ਨਹੀਂ ਪਾਇਆ, ਕਿ ਤੇਰੀ ਮਾਂ ਤੈਨੂੰ ਕੋਈ ਵਸਤਰ ਲੈ ਕੇ ਨਹੀਂ ਦਿੰਦੀ? ਤਾਂ ਉਸ ਬੱਚੇ ਨੇ ਜਵਾਬ ਦਿੱਤਾ ਕਿ ਵੀਰਾ, ਉਹ ਕਿਹੜੀ ਮਾਂ ਹੈ ਜਿਹੜੀ ਆਪਣੇ ਬੱਚੇ ਲਈ ਵਸਤਰ ਨਾ ਲੈ ਸਕੇ? ਸਾਡੇ ਗਰੀਬੀ ਇੰਨੀ ਹੈ, ਸਾਡੇ ਕੋਲ ਧਨ ਹੈ ਹੀ ਨਹੀਂ ਕਿ ਜਿਸ ਨਾਲ ਅਸੀਂ ਵਸਤਰ ਖਰੀਦ ਸਕੀਏ। ਤਾਂ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਕੀਮਤੀ ਪੁਸ਼ਾਕ ਖੋਲ ਕੇ ਉਸ ਬੱਚੇ ਨੂੰ ਪਹਿਨਾ ਦਿੱਤੀ। ਤੇ ਜਦੋਂ ਮਾਂ ਨੇ ਪੁੱਛਿਆ ਕਿ ਤੇਰੀ ਕੀਮਤੀ ਪੁਸ਼ਾਕ, ਤਾਂ ਕਹਿ ਦਿੱਤਾ ਕਿ ਬਾਹਰ ਇੱਕ ਬੱਚਾ ਸੀ ਜਿਸ ਨੇ ਕੁਝ ਵੀ ਨਹੀਂ ਪਾਇਆ ਹੋਇਆ ਸੀ, ਇੰਨੀ ਠੰਡ ਸੀ ਤੇ ਮੈਂ ਉਹਨੂੰ ਆਪਣੀ ਪੁਸ਼ਾਕ ਦੇ ਆਇਆ, ਕਿਉਂਕਿ ਮੇਰੇ ਕੋਲ ਤਾਂ ਹੋਰ ਵੀ ਪੁਸ਼ਾਕਾਂ ਨੇ ਪਰ ਉਸ ਕੋਲ ਕੋਈ ਵੀ ਨਹੀਂ ਹੈ। ਸੋ ਇਹ ਤਿਆਗ ਦੀ ਜਿਹੜੀ ਮੂਰਤ ਹੈ ਇਹ ਬਚਪਨ ਤੋਂ ਹੀ ਜਿਹੜੀ ਵੇਖੀ ਜਾ ਸਕਦੀ ਹੈ। ਤੇ ਉਸ ਤੋਂ ਬਾਅਦ ਅੱਗੇ ਜਿਵੇਂ ਜਿਵੇਂ ਉਹਨਾਂ ਦਾ ਜੀਵਨ ਬੀਤਦਾ ਜਾਂਦਾ ਹੈ ਉਵੇਂ ਉਵੇਂ ਉਹ ਲੋਕ ਭਲਾਈ ਦੇ ਕੰਮਾਂ ਵੱਲ ਅਗਰਸਰ ਹੁੰਦੇ ਜਾਂਦੇ ਨੇ। 16 ਕੁ ਸਾਲ ਦੀ ਉਮਰ ਵਿੱਚ ਜਦੋਂ ਉਹਨਾਂ ਨੇ ਕਰਤਾਰਪੁਰ ਵਿਖੇ ਪਹਿਲੀ ਲੜਾਈ ਲੜੀ ਤਾਂ ਉਹ ਤਿਆਗਮਲ ਤੋਂ ਗੁਰੂ ਤੇਗ ਬਹਾਦਰ ਹੋ ਗਏ। ਉਹਨਾਂ ਦਾ ਮੁੱਢਲਾ ਨਾਮ ਤਿਆਗਮਲ ਸੀ, ਪਰ ਜਦੋਂ ਉਹਨਾਂ ਦੇ ਪਿਤਾ ਨੇ ਉਹਨਾਂ ਦੀ ਤੇਗ ਚੱਲਦੀ ਵੇਖੀ ਤੇ ਉਹਨਾਂ ਦਾ ਨਾਮ ਤੇਗ ਬਹਾਦਰ ਹੋ ਗਿਆ। ਤੇ ਉਸ ਤੋਂ ਬਾਅਦ ਇਹਨਾਂ ਨੇ ਵੱਖ-ਵੱਖ ਥਾਵਾਂ ਉੱਤੇ ਜਾ ਕੇ ਅਸਲ ਮਨੁੱਖਤਾਵਾਦੀ ਸਰੋਕਾਰਾਂ ਲਈ ਪ੍ਰਚਾਰ ਕੀਤਾ ਅਤੇ ਲੋਕ ਭਲਾਈ ਲਈ ਕੰਮ ਕਰਨੇ ਸ਼ੁਰੂ ਕੀਤੇ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਜੀਵਨ ਵਿੱਚ ਗੱਦੀ ਵਾਸਤੇ ਕੋਈ ਫੁੱਟ ਨਹੀਂ ਪਾਈ, ਨਾ ਕੋਈ ਵਿਰੋਧ ਕੀਤਾ, ਸਗੋਂ ਆਪਣੇ ਪਿਤਾ ਦਾ ਜਾਂ ਉਸ ਪਰਮਾਤਮਾ ਦਾ ਭਾਣਾ ਮੰਨ ਕੇ ਉਸ ਦੀ ਰਜ਼ਾ ਵਿੱਚ ਚੱਲ ਕੇ ਹੀ ਜੀਵਨ ਜਿਹੜਾ ਹੈ ਬਤੀਤ ਕੀਤਾ ਹੈ। ਆਪ ਜੀ ਬਟਾਲਾ ਜਾਂਦੇ ਨੇ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰਗੱਦੀ ਸ਼੍ਰੀ ਹਰਿ ਰਾਏ ਜੀ ਔਰ ਸ਼੍ਰੀ ਹਰਿ ਰਾਏ ਜੀ ਤੋਂ ਬਾਅਦ ਸ਼੍ਰੀ ਹਰਕ੍ਰਿਸ਼ਨ ਜੀ ਨੂੰ ਮਿਲਦੀ ਹੈ। ਔਰ ਜਦੋਂ ਸ਼੍ਰੀ ਹਰਕ੍ਰਿਸ਼ਨ ਸਾਹਿਬ ਬਿਮਾਰ ਹੋ ਜਾਂਦੇ ਨੇ ਤੇ ਉਹ ਆਪਣੀਆਂ ਸੰਗਤਾਂ ਜਦੋਂ ਉਹਨੂੰ ਪੁੱਛਦੀਆਂ ਨੇ ਕਿ ਤੁਹਾਡੇ ਤੋਂ ਬਾਅਦ ਸਾਡਾ ਗੁਰੂ ਕੌਣ ਹੋਵੇਗਾ, ਤਾਂ ਉਹਨਾਂ ਨੂੰ ਇਸ਼ਾਰਾ ਕਰਦੇ ਨੇ ਕਿ ਅਗਲਾ ਗੁਰੂ ਤੁਹਾਨੂੰ ਬਕਾਲੇ
ਵਿੱਚ ਮਿਲੇਗਾ। ਸੋ ਇਹ ਇੱਕ ਅਜਿਹੀ ਰਜਾ ਸੀ ਕਿ ਕਿਸ ਤਰ੍ਹਾਂ ਉਹ 20 ਸਾਲ ਭਾਣਾ ਮੰਨਦੇ ਹੋਏ ਅਲੱਗ-ਅਲੱਗ ਥਾਵਾਂ ਤੇ ਵਿਚਰੇ ਤੇ ਬਾਬਾ ਬਕਾਲਾ ਰਹਿੰਦੇ ਆ। ਤੇ ਜਦੋਂ ਇਹ ਬਚਨ ਕੀਤਾ ਗੁਰੂ ਜੀ ਨੇ ਕਿ ਬਾਬਾ ਬਕਾਲਾ ਵਿੱਚ ਜਿਹੜਾ ਹੈ ਉਹ ਗੁਰੂ ਮਿਲੇਗਾ ਤੁਹਾਨੂੰ, ਤਾਂ ਉਸ ਸਮੇਂ ਕੀ ਹੋਇਆ ਕਿ 22 ਜਿਹੜੇ ਵਿਅਕਤੀ ਨੇ ਉਹ ਆਪਣੇ ਆਪ ਨੂੰ ਗੁਰੂ ਦੱਸਣ ਲੱਗੇ ਤੇ ਗੁਰੂ ਅਖਵਾਉਣ ਲੱਗੇ। ਤੇ ਉਸ ਦਾ ਜਿਹੜਾ ਹੈ ਨਿਤਾਰਾ ਕੀਤਾ ਮੱਖਣ ਸ਼ਾਹ ਲਵਾਣਾ ਨੇ। ਇਤਿਹਾਸ ਵਿੱਚ ਆਉਂਦਾ ਹੈ ਕਿ ਮੱਖਣ ਸ਼ਾਹ ਲਵਾਣਾ ਇੱਕ ਵਪਾਰੀ ਹੋਇਆ, ਵਪਾਰ ਕਰਦਾ ਸੀ ਤੇ ਇੱਕ ਵਾਰ ਇਹਦਾ ਜਿਹੜਾ ਬੇੜਾ ਹੈ, ਜਹਾਜ਼ ਹੈ, ਉਹ ਡੁੱਬਣ ਲੱਗਾ ਤੇ ਇਹਨੇ ਅਰਦਾਸ ਕੀਤੀ ਕਿ ਹੇ ਗੁਰੂ, ਜੇ ਮੇਰਾ ਬੇੜਾ ਅੱਜ ਤੂੰ ਬਚਾ ਲਵੇਂ ਤਾਂ ਮੈਂ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਤੇਰੇ ਅੱਗੇ ਅਰਪਣ ਕਰਾਂਗਾ। ਉਸ ਦੀ ਅਰਦਾਸ ਸੁਣੀ ਗਈ, ਉਹਦਾ ਬੇੜਾ ਸਹੀ ਸਲਾਮਤ ਨਿਕਲ ਆਇਆ, ਕਿਨਾਰੇ ਉੱਤੇ ਲੱਗ ਗਿਆ ਤੇ ਮੱਖਣ ਸ਼ਾਹ ਲਵਾਣਾ ਬਕਾਲਾ ਵਿਖੇ ਜਦੋਂ ਹਰੇਕ ਗੁਰੂ ਦੇ ਕੋਲ 2-2 ਮੋਹਰਾਂ ਰੱਖ ਰਿਹਾ ਤੇ ਹਰੇਕ ਉਹ ਸਵੀਕਾਰ ਕਰ ਰਿਹਾ, ਪਰ ਜਦੋਂ ਗੁਰੂ ਤੇਗ ਬਹਾਦਰ ਜੀ ਕੋਲ ਆਇਆ ਤਾਂ ਵਿਦਵਾਨ ਲਿਖਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਨੇ ਕਹਿ ਦਿੱਤਾ ਕਿ ਗੁਰਮੁਖਾ, ਤੂੰ ਦਸਵੰਧ ਦੇਣ ਦੀ ਗੱਲ ਕਹੀ ਸੀ ਤੇ ਹੁਣ 2 ਮੋਹਰਾਂ ਨਾਲ ਹੀ ਕੰਮ ਚਲਾ ਰਿਹਾ। ਜਦੋਂ ਇਹ ਸੁਣਿਆ ਤਾਂ ਖੁਸ਼ੀ ਵਿੱਚ ਝੂਮ ਉੱਠਿਆ ਤੇ ਉੱਚੇ ਚੜ ਕੇ ਕੋਠੇ ਉੱਤੇ ਰੌਲਾ ਪਾਉਣ ਲੱਗ ਪਿਆ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਕਿ ਗੁਰੂ ਲੱਭ ਲਿਆ, ਗੁਰੂ ਲੱਭ ਗਿਆ। ਤੇ ਉਸ ਤੋਂ ਬਾਅਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਮਿਲੀ ਹੈ। ਬਕਾਲੇ ਤੋਂ ਆਨੰਦਪੁਰ ਸਾਹਿਬ ਆਏ ਨੇ, ਪਹਿਲਾਂ ਕੀਰਤਪੁਰ ਸਾਹਿਬ ਕੁਝ ਸਮਾਂ ਰਹੇ, ਫਿਰ ਆਨੰਦਪੁਰ ਸਾਹਿਬ ਆਏ ਤੇ ਗੁਰੂ ਤੇਗ ਬਹਾਦਰ ਜੀ ਨੇ ਜਿੱਥੇ ਵੀ ਕਿਤੇ ਲੋਕ ਭਲਾਈ ਦੇ ਕੰਮ ਕਰਨ ਯੋਗ ਕੁਝ ਹਾਲਾਤ ਬਣੇ ਤਾਂ ਉਹਨਾਂ ਨੇ ਉਹ ਕੰਮ ਕੀਤੇ। ਉਸ ਸਮੇਂ ਉਹਨਾਂ ਨੇ ਤਮਾਕੂ ਦਾ ਵਿਰੋਧ ਕੀਤਾ, ਤਮਾਕੂ ਦੇ ਵਿਰੁੱਧ ਪ੍ਰਚਾਰ ਕੀਤਾ ਤੇ ਵੱਖ-ਵੱਖ ਪੂਰਬ ਪੱਛਮ ਵੱਖ-ਵੱਖ ਸਥਾਨਾਂ ਉੱਤੇ ਯਾਤਰਾ ਕਰਦੇ ਰਹੇ। 1900 ਦੇ ਇਸ ਸਮੇਂ ਵਿੱਚ, ਆਧੁਨਿਕ ਸਮੇਂ ਵਿੱਚ, ਉਹਨਾਂ ਦੀ ਬਾਣੀ ਦੀ ਹੋਰ ਵੀ ਸਾਰਥਿਕਤਾ ਹੈ, ਕਿਉਂਕਿ ਅੱਜ ਵੀ ਸਾਡੇ ਸਮਾਜ ਵਿੱਚ ਬਹੁਤ ਕੁਝ ਅਜਿਹਾ ਹੈ ਜਿਹੜਾ ਕਿ ਗੁਰੂ ਤੇਗ ਬਹਾਦਰ ਜੀ ਦੇ ਸੰਦੇਸ਼ ਨੂੰ ਜੇ ਮੁੱਖ ਰੱਖ ਕੇ ਆਪਣੇ ਆਪ ਵਿੱਚ ਵਸਾ ਲਵੇ ਤਾਂ ਉਸ ਤੋਂ ਬਾਅਦ ਸੁਖਾਵੇਂ ਸਫ਼ਰ ਵਿੱਚ ਚੱਲਿਆ ਜਾ ਸਕਦਾ ਹੈ। 1632 ਵਿੱਚ ਉਹਨਾਂ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਤੇ ਇੱਕ ਘਟਨਾ ਆਉਂਦੀ ਹੈ ਕਿ ਮਾਤਾ ਗੁਜਰੀ ਦੇ ਪਿਤਾ ਜੀ ਵਿਆਹ ਤੋਂ ਬਾਅਦ ਕਹਿਣ ਲੱਗੇ ਕਿ ਸਾਡੇ ਕੋਲ ਤਾਂ ਦਾਜ ਦੇਣ ਵਾਸਤੇ ਕੁਝ ਨਹੀਂ ਹੈ, ਅਸੀਂ ਤਾਂ ਸਿਰਫ ਆਪਣੀ ਬੇਟੀ ਨੂੰ ਹੀ ਜਿਹੜਾ ਹੈ ਉਹ ਤੁਹਾਡੇ ਲੜ ਲਾਇਆ। ਤਾਂ ਅੱਗੋਂ ਜਵਾਬ ਦਿੱਤਾ ਕਿ ਜਿਹਨੇ ਆਪਣਾ ਜਿਗਰ ਦਾ ਟੋਟਾ ਦੇ ਦਿੱਤਾ ਉਹ ਹੋਰ ਕੀ ਦੇ ਸਕਦਾ ਹੈ। ਇਹ ਸੀ ਤਿਆਗ ਦੀ ਮੂਰਤ, ਜਿੱਥੇ ਬਚਪਨ ਵਿੱਚ ਹੀ ਉਹਨਾਂ ਨੇ ਨਗੇਜ ਢੱਕਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਹਰ ਇੱਕ ਪ੍ਰਾਣੀ ਤੇ ਕਿਰਪਾ ਕੀਤੀ ਕਿ ਕੋਈ ਵੀ ਜਿਹੜਾ ਹੈ ਅਸਲ ਜ਼ਿੰਦਗੀ ਦੇ ਸੁਖਾਵੇਂ ਸਫ਼ਰ ਤੋਂ ਵਾਂਝਾ ਨਾ ਰਹਿ ਜਾਵੇ। ਜ਼ਿੰਦਗੀ ਬੜੀ ਅਮੋਲ ਹੈ ਤੇ ਇਸ ਨੂੰ ਜਿਹੜਾ ਹੈ ਬਹੁਤ ਹੀ ਸੁਖਾਵੇਂ ਢੰਗ ਤਰੀਕਿਆਂ ਨਾਲ ਜੀਉਣ ਲਈ ਉਹਨਾਂ ਨੇ ਆਪਣਾ ਆਪਾ ਕੁਰਬਾਨ ਕੀਤਾ। ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਰਹਿ ਰਹੇ ਨੇ ਤੇ ਇਹ ਜ਼ਿਕਰ ਵੀ ਆਉਂਦਾ ਹੈ ਕਿ 1666 ਵਿੱਚ, ਮਤਲਬ ਕਿ ਲਗਭਗ 34 ਸਾਲ ਬਾਅਦ, ਵਿਆਹ ਤੋਂ 34 ਸਾਲ ਬਾਅਦ ਉਹਨਾਂ ਦੇ ਘਰ ਬੇਟਾ ਪੈਦਾ ਹੋਇਆ, ਗੋਬਿੰਦ ਰਾਏ ਜੀ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਸਾਰੇ ਸੰਸਾਰ ਵਿੱਚ ਆਪਣੀ ਵੱਖਰੀ ਪਛਾਣ ਰੱਖਦੇ ਆ। ਤੇ ਜਦੋਂ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਤਾਂ ਆਪ ਉਸ ਸਮੇਂ ਵੀ ਬੰਗਾਲ ਢਾਕੇ ਵਿੱਚ ਸਨ
ਤੇ ਲਗਭਗ 3.5 ਸਾਲ ਬਾਅਦ ਉਹਨਾਂ ਨੇ ਆਪਣੇ ਪੁੱਤਰ ਦਾ ਮੂੰਹ ਦੇਖਿਆ। ਭਾਵ ਕੀ ਹੈ ਕਿ ਪੁੱਤਰ ਮੋਹ ਵੀ ਜਿਹੜਾ ਹੈ ਉਹਨਾਂ ਨੂੰ ਆਪਣੇ ਜੋ ਉਹ ਉਦੇਸ਼ ਲੈ ਕੇ ਚੱਲੇ ਸੀ ਉਹਨਾਂ ਤੋਂ ਵੱਖ ਨਹੀਂ ਕਰ ਸਕਿਆ। ਤੇ 1666 ਤੋਂ ਬਾਅਦ ਜਦੋਂ 1675 ਦਾ ਸਮਾਂ ਜਿਹੜਾ ਕਿ ਇਤਿਹਾਸ ਵਿੱਚ ਬਹੁਤ ਹੀ ਆਪਣਾ ਖਾਸ ਸਥਾਨ ਰੱਖਦਾ ਹੈ, ਉਹ ਜਾਣਨਯੋਗ ਹੈ। ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਰਹਿ ਰਹੇ ਨੇ ਤੇ ਉਸ ਸਮੇਂ ਔਰੰਗਜ਼ੇਬ ਦਾ ਰਾਜ ਹੈ। ਔਰੰਗਜ਼ੇਬ ਜੋ ਕਿ ਬਹੁਤ ਕੱਟੜ, ਨਿਰਦਈ, ਕਠੋਰ ਇਨਸਾਨ ਸੀ, ਜਿਨੇ ਆਪਣੇ ਪਿਤਾ, ਭਰਾਵਾਂ, ਭੈਣ ਅਤੇ ਧੀ ਨੂੰ ਵੀ ਨਹੀਂ ਬਖਸ਼ਿਆ। ਉਸਨੇ ਆਪਣੇ ਪਿਤਾ ਸ਼ਾਹਜਹਾਨ ਨਾਲ ਬਹੁਤ ਹੀ ਮਾੜਾ ਵਤੀਰਾ ਰੱਖਿਆ। ਕੈਦ ਕੀਤਾ ਗਿਆ ਤੇ ਕੈਦ ਕਰਨ ਤੋਂ ਬਾਅਦ ਵੀ ਬੜੇ ਜ਼ੁਲਮ ਕੀਤੇ। ਇਤਿਹਾਸ ਵਿੱਚ ਆਉਂਦਾ ਹੈ ਕਿ ਸ਼ਾਹ ਨੂੰ ਜਿਹੜਾ ਹੈ, ਉਹਦੇ ਪਿਤਾ ਨੂੰ ਜਿਹੜਾ ਹੈ, ਪਾਣੀ ਤੱਕ ਵੀ ਜਿਹੜਾ ਹੈ ਉਹ ਨਸੀਬ ਨਹੀਂ ਸੀ ਹੁੰਦਾ। ਤੇ ਸ਼ਾਹਜਹਾਨ ਇੱਕ ਪੱਤਰ ਲਿਖਦਾ ਹੈ ਔਰੰਗਜ਼ੇਬ ਨੂੰ ਕਿ ਮੈਨੂੰ ਪਾਣੀ ਤੱਕ ਵੀ ਜਿਹੜਾ ਦਿੱਤਾ ਨਹੀਂ ਜਾ ਰਿਹਾ। ਤਾਂ ਇਹ ਨਿਰਦਈ ਇਨਸਾਨ ਪੱਤਰ ਪੜ੍ਹ ਕੇ ਜਵਾਬ ਪਤਾ ਕੀ ਦਿੰਦਾ? ਕਹਿੰਦਾ, ਹੇ ਪਿਤਾ ਸ਼ਾਹਜਹਾਨ, ਜਿਸ ਪਾਣੀ ਨਾਲ ਤੂੰ ਇਹ ਸ਼ਾਹੀ ਤਿਆਰ ਕੀਤੀ ਹੈ ਉਸ ਨੂੰ ਹੀ ਪੀ ਲੈ, ਤੈਨੂੰ ਹੋਰ ਕੁਝ ਮਿਲਣ ਦੀ ਗੁੰਜਾਇਸ਼ ਨਹੀਂ। ਤੇ ਇੱਕ ਹੋਰ ਘਟਨਾ ਹੈ ਕਿ ਜਿਸ ਕੋਠੜੀ ਵਿੱਚ ਸ਼ਾਹਜਹਾਨ ਰਹਿ ਰਿਹਾ ਸੀ, ਉਹ ਸ਼ਾਮ ਨੂੰ ਇੱਕ ਉੱਥੇ ਟਾਕੀ ਸੀ ਜਿਸ ਰਾਹੀਂ ਬਾਹਰ ਦਾ ਨਜ਼ਾਰਾ ਵੇਖਿਆ ਕਰਦਾ ਸੀ। ਤੇ ਜਦੋਂ ਔਰੰਗਜ਼ੇਬ ਨੂੰ ਪਤਾ ਲੱਗਿਆ ਕਿ ਸ਼ਾਹਜਹਾਨ ਸ਼ਾਮ ਵੇਲੇ ਬਾਹਰ ਤੱਕ ਰਿਹਾ ਹੈ, ਹੁਸੀਨ ਕੁਦਰਤੀ ਨਜ਼ਾਰਾ ਵੇਖ ਰਿਹਾ ਹੈ, ਤਾਂ ਉਸਨੇ ਉਹ ਤਾਕੀ, ਉਹ ਝਰੋਖਾ ਹੀ ਬੰਦ ਕਰਵਾ ਦਿੱਤਾ। ਇਸ ਤੋਂ ਮਾੜਾ ਨਿਰਦਈ ਇਨਸਾਨ ਹੋਰ ਕੀ ਹੋ ਸਕਦਾ ਹੈ, ਜਿਹਨੇ ਆਪਣੇ ਭਰਾਵਾਂ ਨੂੰ ਕਤਲ ਕਰਵਾਇਆ, ਆਪਣੀ ਭੈਣ ਤੇ ਤਸ਼ੱਦਦ ਕੀਤੇ, ਆਪਣੀ ਬੇਟੀ ਨੂੰ ਵੀ ਜਿਹੜਾ ਹੈ ਮਰਵਾ ਦਿੱਤਾ। ਸੋ ਇਹ ਸਮਾਂ ਸੀ ਜਿਸ ਸਮੇਂ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਸਾਹਿਬ ਵਿਖੇ ਰਹਿ ਰਹੇ ਸੀ। ਤੇ ਔਰੰਗਜ਼ੇਬ ਨੇ ਇੱਕ ਮੁਹਿੰਮ ਵਿੱਢੀ ਹੈ ਕਿ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਦਿਓ, ਹਿੰਦੁਸਤਾਨ ਨੂੰ ਮੁਸਲਮਾਨ ਬਣਾ ਦਿਓ, ਇਸਲਾਮ ਵਿੱਚ ਲੈ ਕੇ ਆਓ। ਤੇ ਉਸਨੇ 3 ਤਰ੍ਹਾਂ ਦੀ ਨੁਕਤਾ ਜਿਹੜਾ ਬਣਾਇਆ ਹੈ ਕਿ ਜਾਂ ਤਾਂ ਲਾਲਚ ਦਿਓ, ਜਾਂ ਡਰਾਵਾ ਦਿਓ, ਜਾਂ ਫਿਰ ਜੋ ਨਹੀਂ ਮੰਨਦਾ ਉਸ ਨੂੰ ਮੌਤ ਦੇ ਘਾਟ ਉਤਾਰ ਦਿਓ। ਤੇ ਕਿਸੇ ਨੇ ਉਹਨੂੰ ਸਲਾਹ ਦਿੱਤੀ ਕਿ ਮਹਾਰਾਜ, ਕੱਲੇ ਕੱਲੇ ਵਿਅਕਤੀ ਨੂੰ ਮੁਸਲਮਾਨ ਬਣਾਉਣ ਦੀ ਕੀ ਲੋੜ ਹੈ? ਕਸ਼ਮੀਰ ਵਿੱਚ ਪੰਡਿਤ ਵਿਦਵਾਨ ਰਹਿੰਦੇ ਨੇ, ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ, ਇਸਲਾਮ ਵਿੱਚ ਲੈ ਆਓ, ਤਾਂ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ। ਔਰੰਗਜ਼ੇਬ ਨੇ ਆਪਣੇ ਜਰਨੈਲ ਸ਼ੇਰ ਅਫਗਾਨ ਨੂੰ ਬੁਲਾਇਆ ਅਤੇ ਹੁਕਮ ਦਿੱਤਾ ਕਿ ਸ਼ੇਰ ਅਫਗਾਨ, ਤੂੰ ਕਸ਼ਮੀਰ ਜਾ ਤੇ ਉੱਥੇ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਲੈ। ਤੇ ਕਿਹਾ ਗਿਆ ਕਿ ਜੇ ਉਹ ਮੁਸਲਮਾਨ ਬਣ ਗਏ ਤੇ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ। ਸ਼ੇਰ ਅਫਗਾਨ ਕਸ਼ਮੀਰ ਗਿਆ। ਕਸ਼ਮੀਰ ਜਾ ਕੇ ਉਸਨੇ ਹਿੰਦੂਆਂ ਉੱਤੇ ਤਸ਼ੱਦਦ ਢਾਉਣਾ ਸ਼ੁਰੂ ਕੀਤਾ, ਤਕਲੀਫਾਂ ਦੇਣੀਆਂ ਸ਼ੁਰੂ ਕੀਤੀਆਂ, ਮੁਸਲਮਾਨ ਬਣਾਉਣ ਦਾ ਜਿਹੜਾ ਸਿਲਸਿਲਾ ਹੈ ਆਰੰਭ ਕੀਤਾ। ਤੇ ਜਦੋਂ ਕੋਈ ਨਾ ਨੁੱਕਰ ਕਰਦਾ ਨਾ, ਤਾਂ ਉਹਨਾਂ ਨੂੰ ਆਖਦਾ ਕਿ ਆਪਣੇ ਮੂੰਹ ਅੱਡੋ, ਤੇ ਉਹਨਾਂ ਦੇ ਮੂੰਹ ਵਿੱਚ ਥੁੱਕ ਦਿੰਦਾ। ਤੇ ਉਹ ਝੀਲ ਜੋ ਕਸ਼ਮੀਰ ਵਿੱਚ ਹੈ, 2-2 ਵਿਅਕਤੀਆਂ ਨੂੰ ਬੰਨ੍ਹ ਕੇ ਉਸ ਵਿੱਚ ਸੁੱਟ ਦਿੰਦਾ। ਉਹ ਜਿਉਂ-ਜਿਉਂ ਤੜਫਦੇ ਤੇ ਤਾੜੀ ਮਾਰ ਕੇ ਹੱਸਦਾ। ਇੰਨਾ ਜ਼ੁਲਮ ਉਹਨਾਂ ਕਸ਼ਮੀਰੀ ਪੰਡਤਾਂ ਉੱਤੇ ਹੋ ਰਿਹਾ ਸੀ। ਕੁਰਲਾਹਟ ਮਚੀ ਹੋਈ ਸੀ। ਧਰਮ ਬਚਾਉਣ ਲਈ ਕੋਈ ਰਸਤਾ ਨਜ਼ਰ ਨਹੀਂ ਸੀ ਆ ਰਿਹਾ। ਕੀ ਕੀਤਾ ਜਾਵੇ, ਉਹ ਸਮਝ ਨਹੀਂ ਸੀ ਪੈ ਰਹੀ। ਤੇ ਇਤਿਹਾਸ ਵਿੱਚ ਆਉਂਦਾ ਹੈ ਕਿ ਕਸ਼ਮੀਰੀ ਪੰਡਤ ਕਿਰਪਾ ਰਾਮ ਅਮਰਨਾਥ ਦੀ ਗੁਫਾ ਵਿੱਚ ਲੇਟੇ ਹੋਏ ਨੇ, ਗਏ ਹੋਏ ਨੇ,
ਤੇ ਉੱਥੇ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਹੈ ਕਿ ਤੁਹਾਡੀ ਬਾਹ ਪਕੜਨ ਵਾਲਾ ਇੱਥੇ ਕੋਈ ਨਹੀਂ, ਤੁਹਾਡਾ ਸਹਾਰਾ, ਤੁਹਾਡਾ ਧਰਮ ਬਚਾਉਣ ਵਾਲਾ ਮਹਾਪੁਰਖ ਬ੍ਰਹਮ ਗਿਆਨੀ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਵਿੱਚ ਬੈਠੇ ਨੇ। ਤੁਸੀਂ ਉਹਨਾਂ ਕੋਲ ਜਾ ਕੇ ਆਪਣੀ ਫਰਿਆਦ ਸੁਣਾਓ, ਉਹ ਤੁਹਾਡਾ ਧਰਮ ਬਚਾਉਣਗੇ। ਤੇ ਕਿਰਪਾ ਰਾਮ ਇੱਕ ਜਥਾ ਲੈ ਕੇ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਆਇਆ, ਆ ਕੇ ਸਾਰੀ ਦੁੱਖ ਦੀ ਵਿਥਿਆ ਸੁਣਾ ਦਿੱਤੀ ਕਿ हे ਗੁਰੂ, ਸਾਡੇ ਉੱਤੇ ਬਹੁਤ ਤਸ਼ੱਦਦ ਹੋ ਰਿਹਾ, ਸਾਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ। ਤੇ ਗੁਰੂ ਤੇਗ ਬਹਾਦਰ ਜੀ ਸੁਣ ਰਹੇ ਨੇ ਤੇ ਨਾਲ ਹੀ ਗੋਬਿੰਦ ਰਾਏ ਜੀ ਨੇ ਜਦੋਂ ਸਾਰੀ ਵਾਰਤਾ ਸੁਣੀ ਤਾਂ ਬੋਲੇ ਨੇ, ਪਿਤਾ ਜੀ ਤੁਸੀਂ ਕਿਉਂ ਨਹੀਂ ਫੌਜ ਭੇਜ ਦਿੰਦੇ ਤਾਂ ਕਿ ਇਹਨਾਂ ਦਾ ਧਰਮ ਬਚਾਇਆ ਜਾ ਸਕੇ। ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਨੇ ਕਿ ਨਹੀਂ, ਫੌਜ ਭੇਜਣ ਨਾਲ ਇਹਨਾਂ ਦਾ ਧਰਮ ਨਹੀਂ ਬਚਣਾ, ਇਹਨਾਂ ਦਾ ਧਰਮ ਤਾਂ ਬਚੇਗਾ ਜੇਕਰ ਕੋਈ ਮਹਾਪੁਰਖ ਬ੍ਰਹਮ ਗਿਆਨੀ ਦੀਆਂ ਲਹੂ ਦੀਆਂ ਬੂੰਦਾਂ ਦਿੱਲੀ ਵਿੱਚ ਡੁੱਲਣਗੀਆਂ। ਜਦੋਂ ਇਹ ਕਿਹਾ ਨਾ ਕਿ ਕਿਸੇ ਬ੍ਰਹਮ ਗਿਆਨੀ ਮਹਾਪੁਰਖ ਦੀ ਲੋੜ ਹੈ ਤਾਂ ਗੋਬਿੰਦ ਰਾਏ ਜੀ ਉਸੇ ਸਮੇਂ ਬੋਲੇ ਨੇ, ਪਿਤਾ ਜੀ ਜੇ ਇਸ ਤਰ੍ਹਾਂ ਹੈ ਤਾਂ ਤੁਹਾਡੇ ਤੋਂ ਉੱਪਰ ਮਹਾਪੁਰਖ ਬ੍ਰਹਮ ਗਿਆਨੀ ਕੌਣ ਹੋ ਸਕਦਾ ਹੈ? ਜਾਓ ਇਹਨਾਂ ਦੇ ਧਰਮ ਦੀ ਲਾਜ ਬਚਾਓ, ਰੱਖਿਆ ਕਰੋ। ਗੁਰੂ ਤੇਗ ਬਹਾਦਰ ਸਾਹਿਬ ਮੁਸਕਰਾ ਪਏ, ਮੈਂ ਚਲਿਆ ਜਾਵਾਂਗਾ ਪਰ ਮੇਰੇ ਚਲੇ ਜਾਣ ਤੋਂ ਬਾਅਦ ਤੂੰ ਯਤੀਮ ਹੋ ਜਾਏਗਾ। ਤੇ ਗੁਰੂ ਗੋਬਿੰਦ ਰਾਏ ਨੇ ਜਵਾਬ ਦਿੱਤਾ ਕਿ ਪਿਤਾ ਜੀ ਮੈਂ ਇਕੱਲਾ ਯਤੀਮ ਹੋਵਾਂਗਾ ਪਰ ਮੈਂ ਲੱਖਾਂ ਹੋਰ ਵਿਅਕਤੀਆਂ ਨੂੰ ਯਤੀਮ ਹੋਣ ਤੋਂ ਬਚਾ ਲਵਾਂ। ਸੋ ਮੈਨੂੰ ਯਤੀਮ ਹੋਣਾ ਪ੍ਰਵਾਨ ਹੈ ਪਰ ਮੈਂ ਇਹਨਾਂ ਦਾ ਧਰਮ ਰੁਲਦਾ ਹੋਇਆ ਵੇਖ ਨਹੀਂ ਸਕਦਾ। ਤੇ ਗੁਰੂ ਤੇਗ ਬਹਾਦਰ ਜੀ ਨੇ ਉਸ ਕਸ਼ਮੀਰੀ ਪੰਡਿਤ ਦੇ ਵਫਦ ਨੂੰ ਕਹਿ ਦਿੱਤਾ ਕਿ ਜਾਓ ਜਾ ਕੇ ਕਹਿ ਦਿਓ ਔਰੰਗਜ਼ੇਬ ਨੂੰ ਕਿ ਸਾਡਾ ਧਰਮ ਬਚਾਉਣ ਵਾਲਾ ਦਿੱਲੀ ਆ ਰਿਹਾ। ਜੇ ਤੁਸੀਂ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਬਣਾ ਲਿਆ ਤਾਂ ਅਸੀਂ ਆਪਣੇ ਆਪ ਜਿਹੜਾ ਹੈ ਮੁਸਲਮਾਨ ਬਣ ਜਾਵਾਂਗੇ। ਉਹ ਜਥਾ ਚਲਾ ਗਿਆ ਤੇ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਵੀ ਦਿੱਲੀ ਜਾਣ ਵਾਸਤੇ ਤਿਆਰੀ ਕਰ ਰਹੇ ਨੇ। ਜਦੋਂ ਸੰਗਤਾਂ ਨੂੰ ਪਤਾ ਲੱਗਿਆ ਨਾ ਕਿ ਸਾਡੇ ਗੁਰੂ ਨੇ ਸਾਡੇ ਕੋਲੋਂ ਵੱਖ ਹੋ ਜਾਣਾ ਤਾਂ ਅੱਖਾਂ ਵਿੱਚ ਨੀਰ ਵਹਿ ਰਿਹਾ ਹੈ, ਵਿਰਾਗ ਹੈ ਕਿ ਸਾਡੇ ਗੁਰੂ ਨੇ ਸਾਡੇ ਕੋਲ ਮੁੜ ਕੇ ਨਹੀਂ ਆਉਣਾ। ਤੇ ਗੁਰੂ ਤੇਗ ਬਹਾਦਰ ਸਾਹਿਬ ਜਾਂਦੇ ਸਮੇਂ ਕੁਝ ਸਮਾਂ ਜਦੋਂ ਅੱਗੇ ਗਏ ਨੇ, ਥੋੜਾ ਦੂਰ ਗਏ ਨੇ, ਤਾਂ ਉਹਨਾਂ ਨੇ ਇੱਕ ਲਾਈਨ ਖਿੱਚ ਦਿੱਤੀ ਕਿ ਇਸ ਤੋਂ ਅੱਗੇ 5 ਸਿੱਖਾਂ ਤੋਂ ਬਗੈਰ ਹੋਰ ਮੇਰੇ ਨਾਲ ਕੋਈ ਨਾ ਆਵੇ। ਉਹ 5 ਸਿੱਖ ਜਿਹੜੇ ਉਹਨਾਂ ਨੇ ਆਪਣੇ ਨਾਲ ਲਏ, ਉਹਨਾਂ ਵਿੱਚ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ, ਭਾਈ ਗੁਰਦਿੱਤਾ ਤੇ ਭਾਈ ਊਦਾ। ਸੰਗਤਾਂ ਰੋ ਰਹੀਆਂ ਨੇ, ਮਾਤਾ ਨਾਨਕੀ ਤੇ ਮਾਤਾ ਗੁਜਰੀ ਖੜੀਆਂ ਵੇਖ ਰਹੀਆਂ ਨੇ ਤੇ ਗੁਰੂ ਸਾਹਿਬ ਜਾਂਦੇ ਸਮੇਂ ਕਹਿ ਰਹੇ ਨੇ ਮਾਤਾ ਗੁਜਰੀ ਨੂੰ ਕਿ ਤੁਹਾਡੇ ਤੇ ਵੀ ਸੰਘਰਸ਼ ਆਉਣਗੇ, ਡੋਲਣਾ ਨਹੀਂ, ਭਾਣਾ ਮੰਨਣਾ ਤੇ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਮਨੁੱਖਤਾ ਪੱਖੀ ਭਲਾਈ ਨਿਰੰਤਰ ਜਾਰੀ ਰੱਖਣੀ ਹੈ। ਤੇ ਇਤਿਹਾਸ ਵਿੱਚ ਆਉਂਦਾ ਹੈ ਕਿ ਗੁਰੂ ਸਾਹਿਬ ਦਿੱਲੀ ਜਾਣ ਵਾਸਤੇ ਤੁਰ ਪਏ, ਨਿਕਲ ਪਏ। 5 ਸਿੱਖ ਉਹਨਾਂ ਦੇ ਨਾਲ ਨੇ
ਤੇ ਇੱਕ ਆਜੜੀ ਦਾ ਜ਼ਿਕਰ ਆਉਂਦਾ ਹਸਨ ਅਲੀ, ਜਿਸ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਵਾਰੰਟ ਨਿਕਲ ਚੁੱਕੇ ਨੇ ਤੇ ਇਨਾਮ ਰੱਖਿਆ ਗਿਆ। ਅਰਦਾਸ ਕਰਦਾ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਰਾਹੀਂ ਗ੍ਰਿਫਤਾਰ ਹੋ ਜਾਣ ਤਾਂ ਮੈਂ ਬਹੁਤ ਗਰੀਬ ਹਾਂ, ਮੇਰੀ ਇੱਕ ਧੀ ਵਿਆਹੁਣ ਯੋਗ ਹੈ, ਮੇਰੇ ਕੁਝ ਕਸ਼ਟ ਕੱਟੇ ਜਾਣਗੇ। ਗੁਰੂ ਤੇਗ ਬਹਾਦਰ ਸਾਹਿਬ ਉਹਦੇ ਘਰ ਚਲੇ ਗਏ, ਜਾ ਕੇ ਇੱਕ ਕੀਮਤੀ ਅੰਗੂਠੀ ਤੇ ਦੁਸ਼ਾਲਾ ਦੇ ਦਿੱਤਾ ਤੇ ਆਖਿਆ ਕਿ ਜਾ ਇਹ ਲੈ ਕੇ ਮਠਿਆਈ ਦੀ ਦੁਕਾਨ ਤੇ ਮਠਿਆਈ ਲੈ ਕੇ ਆ। ਹਸਨ ਅਲੀ ਮਠਿਆਈ ਦੀ ਦੁਕਾਨ ਉੱਤੇ ਜਾਂਦਾ ਹੈ। ਦੁਕਾਨਦਾਰ ਕੀਮਤੀ ਅੰਗੂਠੀ ਤੇ ਦੁਸ਼ਾਲਾ ਦੇਖ ਕੇ ਸ਼ੱਕ ਕਰਦਾ ਕਿ ਇਹ ਤਾਂ ਗਰੀਬੜਾ ਜਿਹਾ ਇਨਸਾਨ ਹੈ, ਇਹਦੇ ਕੋਲੋਂ ਇਹ ਕਿੱਥੋਂ ਆ ਗਈ ਅੰਗੂਠੀ। ਤਾਂ ਉਹ ਦਰੋਗੇ ਨੂੰ ਜਿਹੜਾ ਹੈ ਉਹ ਖਬਰ ਕਰਦਾ। ਦਰੋਗਾ ਕੁਝ ਸਿਪਾਹੀ ਲੈ ਕੇ ਗੁਰੂ ਤੇਗ ਬਹਾਦਰ ਜੀ ਕੋਲ ਆਉਂਦਾ ਹੈ ਤਾਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਆ ਗਏ ਹੋ, ਮੈਨੂੰ ਗ੍ਰਿਫਤਾਰ ਕਰੋ। ਉਹ ਗ੍ਰਿਫਤਾਰ ਕਰ ਲਏ ਜਾਂਦੇ ਨੇ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੇ ਹੋਰ ਇੱਕ ਜਿਹੜੀ ਗੱਲ ਵਿਸ਼ੇਸ਼ ਤੌਰ ਤੇ ਇੱਥੇ ਆਉਂਦੀ ਹੈ ਕਿ ਇਹ ਕਹਿ ਦਿੱਤਾ ਉਸ ਦਰੋਗੇ ਨੂੰ ਕਿ ਜਿਹੜਾ ਮੇਰੇ ਹਿੱਸੇ ਦਾ ਜੋ ਤੁਸੀਂ ਇਨਾਮ ਆਪ ਹੀ ਨਾ ਰੱਖ ਲਿਓ ਗ੍ਰਿਫਤਾਰ ਕਰਾਉਣ ਦਾ, ਇਹਨੂੰ ਦੇ ਦਿਓ, ਇਹਨੂੰ ਵੱਡੀ ਲੋੜ ਹੈ। ਜਦੋਂ ਇਹ ਸੁਣਿਆ ਨਾ ਤਾਂ ਅੱਖਾਂ 'ਚ ਹੰਝੂ ਆ ਗਏ ਨੇ, ਅੱਖਾਂ 'ਚ ਹੰਝੂ ਆ ਗਏ ਨੇ। ਰੋ ਰਿਹਾ ਕਿ ਮਹਾਰਾਜ ਮੈਂ ਇਸ ਤਰ੍ਹਾਂ ਅਰਦਾਸ ਨਹੀਂ ਸੀ ਕੀਤੀ, ਪਰ ਉਸ ਦੀ ਅਰਦਾਸ ਸਫਲ ਹੋਈ। ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਵਿੱਚ ਆ ਚੁੱਕੇ ਨੇ। ਦਿੱਲੀ ਵਿੱਚ ਕਾਜ਼ੀ ਨਾਲ ਉਹਨਾਂ ਦੀ ਜੋ ਵਾਰਤਾਲਾਪ ਹੁੰਦੀ ਹੈ ਉਸ ਵਿੱਚ ਆਉਂਦਾ ਹੈ ਕਿ ਕਾਜ਼ੀ ਉਹਨਾਂ ਨੂੰ 3 ਜਿਹੜਾ ਹੈ ਸ਼ਰਤਾਂ ਉਹਨਾਂ ਸਾਹਮਣੇ ਰੱਖਦਾ ਹੈ। ਪਹਿਲੀ ਸ਼ਰਤ ਹੈ ਕਿ ਕੋਈ ਕਰਾਮਾਤ ਦਿਖਾਓ। ਦੂਸਰੀ ਸ਼ਰਤ ਹੈ ਕਿ ਇਸਲਾਮ ਧਾਰਨ ਕਰੋ, ਮੁਸਲਮਾਨ ਬਣ ਜਾਓ। ਤੀਸਰੀ ਹੈ ਕਿ ਜਾਂ ਫਿਰ ਮੌਤ ਲਈ ਤਿਆਰ ਹੋ ਜਾਓ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਰਾਮਾਤ ਮੈਂ ਦਿਖਾਉਣੀ ਨਹੀਂ, ਇਸਲਾਮ ਮੈਂ ਕਬੂਲਣਾ ਨਹੀਂ, ਮੈਨੂੰ ਤੇਰੀ ਤੀਸਰੀ ਸ਼ਰਤ ਮਨਜ਼ੂਰ ਹੈ, ਮੈਂ ਮੌਤ ਮਨਜ਼ੂਰ ਕਰਦਾ ਹਾਂ, ਪਰ ਮੈਂ ਗੁਲਾਮੀ ਦੀਆਂ ਜੰਜੀਰਾਂ ਅੱਗੇ ਝੁਕਣਾ ਨਹੀਂ। ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿੰਜਰੇ ਵਿੱਚ ਬੰਦ ਕਰ ਲਿਆ ਗਿਆ। ਉਹ ਪਿੰਜਰਾ ਜਿਸ ਵਿੱਚ ਨਾ ਚੰਗੀ ਤਰ੍ਹਾਂ ਖੜਿਆ ਜਾ ਸਕਦਾ ਨਾ ਬੈਠਿਆ ਜਾ ਸਕਦਾ, ਉਸ ਵਿੱਚ ਅੰਦਰ ਕਿੱਲਾਂ ਮੋੜੀਆਂ ਹੋਈਆਂ ਨੇ। ਜੇ ਉਹ ਹਿਲਦੇ ਨੇ ਤਾਂ ਉਹ ਕਿੱਲਾਂ ਖੁੱਭਦੀਆਂ ਨੇ, ਸਰੀਰ ਤੇ ਜ਼ਖਮ ਹੁੰਦੇ ਨੇ ਤੇ ਉਹ ਜ਼ੁਲਮੀ ਇਨਸਾਨ ਗੁਰੂ ਸਾਹਿਬ ਦੇ ਉਹਨਾਂ ਜ਼ਖਮਾਂ ਤੇ ਲੂਣ ਪਾ ਰਹੇ ਨੇ। ਇੰਨਾ ਤਸ਼ੱਦਦ ਜਦੋਂ ਗੁਰੂ ਦੇ ਸਿੱਖ ਮਤੀ ਦਾਸ ਨੇ ਜੇ ਦੇਖਿਆ ਨਾ ਤਾਂ ਗੁਰੂ ਸਾਹਿਬ ਦੇ ਕੋਲ ਚੱਲ ਕੇ ਆਇਆ ਕਿ ਗੁਰੂ ਜੀ ਤੁਸੀਂ ਕਿਉਂ ਨਹੀਂ ਕਰਾਮਾਤ ਦਿਖਾ ਦਿੰਦੇ, ਇੰਨਾ ਦੁੱਖ ਕਿਉਂ ਝੱਲ ਰਹੇ ਹੋ। ਤਾਂ ਗੁਰੂ ਸਾਹਿਬ ਕਹਿੰਦੇ ਕਿ ਨਹੀਂ ਮਤੀ ਦਾਸ, ਕਰਾਮਾਤ ਨਹੀਂ, ਮੈਂ ਪਰਮਾਤਮਾ ਦੇ ਨਾਲ ਸ਼ਰੀਕ ਨਹੀਂ ਬਣਨਾ, ਤੂੰ ਭਾਣਾ ਮਨ ਸ਼ਾਂਤ ਰਹਿ। ਤੇ ਸਾਡੇ ਪੁਰਖਿਆਂ ਨੇ ਵੀ ਭਾਣਾ ਮੰਨਿਆ ਸੀ। ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਸੀ ਤੇ ਤੱਤੀ ਤਵੀ ਤੇ ਬੈਠ ਕੇ ਵੀ ਤੇਰਾ ਭਾਣਾ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ ਉਚਾਰਿਆ ਸੀ। ਭਾਣਾ ਮੰਨ ਉਹ ਕਹਿ ਰਿਹਾ ਕਿ ਜਾਂ ਫਿਰ ਮੈਨੂੰ ਹੁਕਮ ਦਿਓ ਕਿ ਮੈਂ ਦਿੱਲੀ ਅਤੇ ਲਾਹੌਰ ਦੀ ਇੱਟ ਨਾਲ ਇੱਟ ਨਾ ਖੜਕਾ ਦਿੱਤੀ। ਜਦੋਂ ਇਹ ਕਿਹਾ ਨਾ, ਉਹਨਾਂ ਦੇ ਇੱਕ ਸਿਪਾਹੀ ਨੇ ਇਹ ਗੱਲ ਸੁਣੀ ਹੈ ਕਿ ਇਹ ਇਸ ਤਰ੍ਹਾਂ ਬੋਲ ਰਿਹਾ, ਤਾਂ ਜਾ ਕੇ
ਕਾਜੀ ਕੋਲ ਕਹਿਣ ਲੱਗਾ, ਉਹ ਦੇਖਿਓ ਕਿਤੇ ਆ ਸਿੱਖੜਾ ਕਹਿ ਰਿਹਾ ਸੀ ਕਿ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਇਹਨੂੰ ਬੁਲਾਓ ਤੇ ਪੁੱਛੋ ਜਰਾ ਇਹ ਕੀ ਕਹਿ ਰਿਹਾ। ਮਤੀ ਦਾਸ ਨੂੰ ਬੁਲਾਇਆ। ਮਤੀ ਦਾਸ, ਤੂੰ ਕਹਿ ਰਿਹਾ ਕਿ ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਦਿਖਾ ਫਿਰ ਕੋਈ ਕਰਾਮਾਤ, ਮੁਸਲਮਾਨ ਬਣ ਜਾਂ ਫਿਰ ਮੌਤ ਲਈ ਤਿਆਰ ਹੋ ਜਾ। ਜਦੋਂ ਮਤੀ ਦਾਸ ਨੂੰ ਇਹ ਕਿਹਾ ਨਾ, ਮਤੀ ਦਾਸ ਕਹਿਣ ਲੱਗੇ ਕਿ ਮੇਰੇ ਹੱਥ ਖੋਲ ਕੇ ਤਾਂ ਦਿਖਾਓ, ਤੁਹਾਨੂੰ ਦਿਖਾ ਦਿਆਂਗਾ ਮੈਂ ਕੀ ਆ। ਫਿਰ ਮੌਤ ਦੇ ਡਰਾਵੇ ਦਿੰਦੇ ਹੋ, ਮੈਂ ਇਸਲਾਮ ਧਾਰਨ ਨਹੀਂ ਕਰਨਾ, ਮੁਸਲਮਾਨ ਨਹੀਂ ਬਣਨਾ, ਮੈਨੂੰ ਮੌਤ ਮਨਜ਼ੂਰ ਹੈ। ਤੇ ਹੁਕਮ ਹੋਇਆ ਕਿ ਇਸ ਨੂੰ ਆਰੇ ਨਾਲ ਚੀਰ ਦਿਓ। ਮਤੀ ਦਾਸ ਨੂੰ ਦੋ ਫੱਟਿਆਂ ਵਿਚਕਾਰ ਨੂੜਿਆ ਗਿਆ, ਸਿਰ ਤੇ ਆਰਾ, ਚੱਲਣ ਦੀ ਤਿਆਰੀ ਹੈ। ਤੇ ਮਤੀ ਦਾਸ ਕਹਿ ਰਿਹਾ, ਉਹ ਜਲਾਦ, ਆਰਾ ਤਿੱਖਾ ਕਰ ਲੈ ਤੇ ਮੈਂ ਆਪਣੇ ਮਨ ਨੂੰ ਤਿੱਖਾ ਕਰ ਲਾਂ। ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਤੇ ਆਰਾ ਸਿਰ ਤੇ ਚੱਲਣ ਲੱਗਿਆ। ਜਦੋਂ 2 ਉਂਗਲਾਂ ਆਰਾ ਗਿਆ ਨਾ, ਜਲਾਦ ਕਹਿੰਦਾ, ਉਹ ਦੇਖ ਲੈ, ਤੂੰ ਕਹਿੰਦਾ ਸੀ ਕਿ ਮੈਨੂੰ ਸਵਾਦ ਆਏਗਾ, ਆ ਰਿਹਾ ਸਵਾਦ। ਉਹ ਕਹਿੰਦਾ, ਜਲਾਦ, ਆਰਾ ਹੌਲੀ ਹੌਲੀ ਫੇਰ, ਮੈਨੂੰ ਅਜੇ ਵੀ ਸਵਾਦ ਆ ਰਿਹਾ। ਜਿਹੜੇ ਅੰਦਰੋਂ ਇੰਨੇ ਮਜ਼ਬੂਤ ਹੋਣ, ਉਹ ਆਰਿਆਂ ਤੋਂ ਨਹੀਂ ਡਰਦੇ। ਤੇ ਮਤੀ ਦਾਸ ਨੂੰ ਜਦੋਂ ਪਹਿਲਾਂ ਉਹਨਾਂ ਨੇ ਪੁੱਛਿਆ ਸੀ ਨਾ ਵੀ ਤੇਰੀ ਆਖਰੀ ਖੁਆਇਸ਼ ਕੀ ਹੈ, ਤੇ ਖੁਆਇਸ਼ ਪਤਾ ਕੀ ਸੀ ਕਿ ਮੇਰਾ ਮੁਖ, ਜਦੋਂ ਮੇਰੇ ਸਿਰ ਤੇ ਆਰਾ ਚੱਲੇ, ਮੇਰਾ ਮੁਖ ਮੇਰੇ ਗੁਰੂ ਦੇ ਸਾਹਮਣੇ ਹੋਣਾ ਚਾਹੀਦਾ। ਜਪਜੀ ਸਾਹਿਬ ਦਾ ਪਾਠ ਚੱਲ ਰਿਹਾ, ਆਰਾ ਫਿਰ ਰਿਹਾ। ਜਦੋਂ ਜਪਜੀ ਸਾਹਿਬ ਦਾ ਆਖਰੀ ਸ਼ਲੋਕ ਉਚਾਰਿਆ ਤਾਂ 2 ਫਾੜ ਹੋ ਗਿਆ। ਉਸ ਤੋਂ ਬਾਅਦ ਭਾਈ ਦਿਆਲਾ, ਉਸ ਨੂੰ ਪੁੱਛਿਆ ਗਿਆ ਕਿ ਤੇਰੀ ਕੀ ਰਜਾ ਹੈ, ਮੁਸਲਮਾਨ ਬਣਨਾ ਹੈ ਕਿ ਮੌਤ ਕਬੂਲ ਕਰਨੀ ਹੈ? ਉਹ ਕਹਿੰਦਾ ਕਿ ਜੋ ਮੇਰੇ ਭਰਾ ਨਾਲ ਕੀਤਾ, ਮੇਰੇ ਨਾਲ ਵੀ ਉਸ ਤਰ੍ਹਾਂ ਹੀ ਕਰ ਦਿਓ। ਭਾਈ ਦਿਆਲਾ ਜੀ ਨੂੰ ਕੜਾਹੇ ਵਿੱਚ ਉਬਲਦੇ ਪਾਣੀ ਵਿੱਚ ਜਿਹੜਾ ਹੈ ਬਿਠਾ ਦਿੱਤਾ ਗਿਆ। ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਉਹਨਾਂ ਜ਼ਾਲਮਾਂ ਨੇ ਕੀ ਕੀਤਾ, ਉਸ ਕੜਾਹੇ ਨੂੰ ਢੱਕਣ ਨਾਲ ਢੱਕ ਕੇ ਉੱਪਰ ਵਜਨ ਦੇ ਦਿੱਤਾ ਕਿ ਤਾਂ ਕਿ ਤਕਲੀਫ ਹੋਰ ਹੋਵੇ। ਵਿਸ਼ਵ ਦੇ ਵਿੱਚ ਅਜਿਹੀਆਂ ਸ਼ਹਾਦਤਾਂ ਇਹ ਸਾਡੇ ਦੇਸ਼ ਵਿੱਚ ਹੀ ਜਿਹੜਾ ਹੈ ਉਹ ਹੋਈਆਂ ਨੇ, ਜਿਹੜਾ ਕਿ ਸਾਰੇ ਵਿਸ਼ਵ ਲਈ ਸੰਦੇਸ਼ ਨੇ ਕਿ ਮਨੁੱਖਤਾ ਲਈ ਮਰ ਮਿਟਣ ਵਾਲੇ ਕਦੇ ਵੀ ਗੁਲਾਮੀ ਨੂੰ ਸਵੀਕਾਰ ਨਹੀਂ ਕਰਦੇ। ਸਮਾਨਤਾ ਸੁਤੰਤਰਤਾ ਵਿੱਚ ਰਹਿਣਾ ਪਸੰਦ ਕਰਦੇ ਨੇ ਤੇ ਉਹ ਧਰਮ ਦੀ ਚਾਦਰ ਬਣਦੇ ਨੇ। ਭਾਈ ਦਿਆਲਾ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਮਤੀ ਦਾਸ ਨੂੰ ਹੁਕਮ ਹੋਇਆ ਕਿ ਰੂਹ ਵਿੱਚ ਲਪੇਟ ਕੇ ਅੱਗ ਲਗਾ ਦਿਓ। ਇਹ ਸਾਰਾ ਕੁਝ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਹੋ ਰਿਹਾ। ਤੇ ਹੁਣ ਗੁਰੂ ਤੇਗ ਬਹਾਦਰ ਜੀ ਕੋਲ ਆਏ ਨੇ ਕਾਜੀ ਜਲਾਦ ਤੇ ਕਹਿਣ ਲੱਗੇ ਨੇ, ਦੇਖ ਲਓ, ਹਾਲੇ ਵੀ ਸੋਚ ਲਓ, ਵਿਚਾਰ ਲਓ, ਤੁਹਾਨੂੰ ਦਿੱਲੀ ਦਾ ਪੀਰ ਬਣਾ ਦਿਆਂਗੇ, ਬਾਦਸ਼ਾਹ ਬਣਾ ਦਿਆਂਗੇ, ਤੁਹਾਡੇ ਅੱਗੇ ਸਿਰ ਝੁਕਿਆ ਕਰਨਗੇ। ਤੇ ਜਵਾਬ ਪਤਾ ਕੀ ਸੀ? ਉਹ ਕਹਿੰਦੇ, ਜਿਸ ਗੁਰੂ ਦੇ ਚੇਲੇ ਨਹੀਂ ਝੁਕੇ, ਉਹ ਗੁਰੂ ਕਿਵੇਂ ਝੁਕ ਜਾਵੇਗਾ? ਨਹੀਂ, ਮੌਤ ਦੇ ਡਰਾਵੇ ਦਿੰਦੇ ਹੋ। ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਲਈ ਹੁਕਮ ਹੋਇਆ ਕਿ ਇਹਨਾਂ ਦਾ ਸਿਰ ਧੜ ਨਾਲੋਂ ਵੱਖ ਕਰ ਦਿਓ। ਤੇ ਜਦੋਂ ਸ਼ਹੀਦੀ ਹੋਣੀ ਸੀ ਚਾਂਦਨੀ ਚੌਕ ਵਿੱਚ,
ਕਾਜੀ ਕਹਿ ਰਿਹਾ ਕਿ ਮੈਂ ਕਾਜੀ, ਮੇਰਾ ਬਾਪ ਕਾਜੀ, ਬਾਪ ਦਾ ਬਾਪ ਕਾਜੀ। ਜਲਾਦ ਕਹਿ ਰਿਹਾ ਕਿ ਮੈਂ ਜਲਾਦ, ਮੇਰਾ ਬਾਪ ਜਲਾਦ, ਬਾਪ ਦਾ ਬਾਪ ਜਲਾਦ। ਤੇ ਗੁਰੂ ਸਾਹਿਬ ਕਹਿੰਦੇ ਓਏ ਮੈਨੂੰ ਡਰਾਉਂਦੇ ਹੋ, ਮੇਰਾ ਨਾਮ ਹੀ ਤੇਗ ਬਹਾਦਰ ਹੈ। ਮੇਰੇ ਪੁਰਖਿਆਂ ਨੇ ਵੀ ਘੱਟ ਸ਼ਹਾਦਤਾਂ ਨਹੀਂ ਦਿੱਤੀਆਂ, ਤੱਤੀ ਤਵੀਆਂ ਤੇ ਬੈਠੇ ਹੋਏ ਨੇ। ਗੁਰੂ ਤੇਗ ਬਹਾਦਰ ਸਾਹਿਬ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਵਸਤਰ ਸੋਹਣੇ ਪਾਏ ਨੇ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਤੇ ਜਦੋਂ ਜਪਜੀ ਸਾਹਿਬ ਦੇ ਪਾਠ ਦੌਰਾਨ ਲਾਸਟ ਪੁੱਜੇ ਨੇ ਅੰਤ ਵਿੱਚ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਦਿਵਸ ਰਾਤ ਦੁਇਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹੰਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮਖ ਉਜਲੇ ਕੀਤੀ ਛੁੱਟੀ ਨਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਕਿਹਾ ਨਾ, ਇੱਕੋ ਵਾਰ ਨਾਲ ਉਹਨਾਂ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਗਿਆ। ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਭਾਈ ਜੇਤਾ ਜੀ ਉਹਨਾਂ ਦੇ ਸੀਸ ਨੂੰ ਲੈ ਕੇ ਆਨੰਦਪੁਰ ਆਇਆ, ਤੇ ਸੀਸ ਦੇਖ ਕੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਮੁਗਲਾਂ ਨੇ ਗੁਰੂ ਜੀ ਦਾ ਸੀਸ ਨਹੀਂ ਕੱਟਿਆ, ਆਪਣੇ ਮੁਗਲ ਰਾਜ ਦੀਆਂ ਜੜ੍ਹਾਂ ਕੱਟ ਲਈਆਂ। ਤੇ ਕਿਸ ਤਰ੍ਹਾਂ ਲੱਖੀ ਸ਼ਾਹ ਬਣਜਾਰੇ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦੀ ਧੜ ਦਾ ਸੰਸਕਾਰ ਕੀਤਾ। ਲੰਮੇਰਾ ਇਤਿਹਾਸ ਹੈ, ਪਰ ਇੱਥੇ ਇੱਕ ਬਹੁਤ ਵੱਡੀ ਜਿਹੜੀ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਲਈ ਨਹੀਂ, ਨਿੱਜ ਵਾਸਤੇ ਨਹੀਂ, ਮਨੁੱਖਤਾ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ। ਧਰਮ ਬਚਾਉਣ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਜ਼ੁਲਮ ਦੇ ਵਿਰੁੱਧ ਡਟ ਕੇ ਸਾਹਮਣਾ ਕਰਦੇ ਹੋਏ ਇਹ ਸੰਦੇਸ਼ ਦਿੱਤਾ ਕਿ ਸਭ ਤੋਂ ਵੱਡੀ ਮਨੁੱਖਤਾ ਹੈ। ਔਰ ਸਾਰੇ ਧਰਮ ਇਹੀ ਸੰਦੇਸ਼ ਦਿੰਦੇ ਨੇ ਕਿ ਰੱਬ ਇੱਕ ਹੈ, ਤੇ ਜੇ ਰੱਬ ਇੱਕ ਹੈ ਤਾਂ ਇਹ ਸਾਰੇ ਮਨੁੱਖ ਵੀ ਉਹਦੇ ਬਣਾਏ ਹੋਏ ਇੱਕੋ ਰੂਪ ਨੇ। ਇਹ ਧਰਮੀ ਨਫ਼ਰਤਾਂ, ਫਿਰਕਾ ਪ੍ਰਸਤੀ, ਵੈਰ ਵਿਰੋਧ, ਇਹ ਕਿਸੇ ਗ੍ਰੰਥ ਵਿੱਚ ਨਹੀਂ ਆਉਂਦਾ। ਇਹ ਕੁਝ ਸ਼ਰਾਰਤੀ ਅਨਸਰਾਂ ਨੇ ਜਾਂ ਚੌਧਰਦਾਰੀ ਵਿਅਕਤੀਆਂ ਨੇ ਕੁਝ ਅਜਿਹੇ ਪਾਲ ਪਾ ਦਿੱਤੀ ਜਿਸ ਦਾ ਖਮਿਆਜਾ ਅਸੀਂ ਅੱਜ ਤੱਕ ਭੁਗਤ ਰਹੇ ਹਾਂ। ਅਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਤੇ ਜ਼ੁਲਮ ਦੇ ਵਿਰੋਧ ਵਿੱਚ ਤਾਂ ਬਾਬੇ ਨਾਨਕ ਨੇ ਹੀ ਜਿਹੜਾ ਹੈ ਆਪਣਾ ਫਲਸਫਾ ਦੇ ਦਿੱਤਾ ਸੀ, ਆਵਾਜ਼ ਬੁਲੰਦ ਕਰ ਦਿੱਤੀ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ। ਕਲ ਕੱਤੇ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਾਹੀ ਕਹਿ ਚੜਿਆ। ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਤੇ ਉਸੇ ਫਲਸਫੇ ਨੂੰ ਗੁਰੂ ਤੇਗ ਬਹਾਦਰ ਜੀ ਨੇ ਅੱਗੇ ਤੋਰ ਕੇ ਆਪਣੀ ਕੁਰਬਾਨੀ ਨਾਲ ਜਿਹੜਾ ਹੈ ਸੰਪੂਰਨ ਕਰ ਦਿੱਤਾ, ਤੇ ਸਾਰੇ ਵਿਸ਼ਵ ਲਈ ਜਿਹੜਾ ਸੰਦੇਸ਼ ਦਿੱਤਾ ਕਿ ਇੱਥੇ ਮਨੁੱਖਤਾ ਲਈ ਜਿਹੜਾ ਹੈ ਘਾਲਣਾ ਘਾਲੀ ਜਾਵੇ। ਤੇ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨਹੀਂ, ਧਰਮ ਦੀ ਚਾਦਰ ਬਣੇ, ਵਿਸ਼ਵ ਲਈ ਮਾਰਗਦਰਸ਼ਕ ਬਣੇ, ਜਿਨ੍ਹਾਂ ਦੇ ਜੀਵਨ ਵਿੱਚ ਅਡੰਬਰਾਂ, ਭੇਖਾ, ਪਖੰਡਾਂ, ਅਗਿਆਨਤਾ, ਅੰਧ ਵਿਸ਼ਵਾਸ ਦਾ ਕੋਈ ਮਤਲਬ ਨਹੀਂ। ਔਰ ਅੱਗੇ ਉਹਨਾਂ ਦੇ ਬੇਟੇ ਨੇ ਚੱਲ ਕੇ ਜੋ ਪੂਰਨੇ ਪਾਏ ਨਾ, ਤੇ ਜੋ ਕਹਿ ਰਹੇ ਸੀ, इन पुत्रन के शीश पर वार दिए सुत चार, चार नहीं तो क्या हुआ जीवित कई हजार। सानू अपने धीआं पुत्र बनाया
ਤੇ ਹੁਣ ਆਪਣੇ ਅੰਦਰ ਝਾਤੀ ਮਾਰ ਲੈਣੀ ਚਾਹੀਦੀ ਹੈ ਕਿ ਅਸੀਂ ਕਿੰਨੇ ਕੁ ਚੰਗੇ ਧੀਆਂ ਪੁੱਤਰ ਬਣ ਸਕੇ ਹਾਂ। ਸਾਡੇ ਕੋਲ ਤਾਂ ਆਪਣਾ ਬਹੁਤ ਇੱਕ ਵੱਡੀ ਸੰਸਕ੍ਰਿਤੀ ਹੈ, ਇਤਿਹਾਸ ਹੈ, ਬਹੁਤ ਵੱਡੇ ਵੱਡੇ ਆਦਰਸ਼ਮਈ ਸਾਧਨ ਸੋਮੇ ਨੇ। ਸਾਨੂੰ ਕਿਤੇ ਬਨੌਟੀ ਕਲਪਨਕ ਜਿਹੜਾ ਹੈ ਉਹ ਬੰਦਿਆਂ ਤੋਂ ਸੇਧ ਲੈਣ ਦੀ ਲੋੜ ਨਹੀਂ। ਇਹ ਲਹੂ ਭਿੱਜਿਆ ਇਤਿਹਾਸ ਵਾਰ-ਵਾਰ ਸਾਡੇ ਨੌਜਵਾਨ ਪੀੜ੍ਹੀ ਨੂੰ ਇਹ ਦੱਸ ਰਿਹਾ ਕਿ ਤੇਰੀ ਮਿੱਟੀ ਬਹੁਤ ਬਲਵਾਨ ਹੈ। ਪੜ੍ਹੋ ਇਤਿਹਾਸ ਦੀਆਂ ਕੁਝ ਜਿਹੜੀਆਂ ਨੇ ਅਧਿਆਵਾਂ ਦੀਆਂ ਸੁਨਹਿਰੀ ਅੱਖਰਾਂ ਨਾਲ ਲਿਖੀਆਂ ਹੋਈਆਂ ਗੱਲਾਂ, ਜਿਹੜੇ ਤੈਨੂੰ ਅੰਦਰੋਂ ਮਜ਼ਬੂਤ ਬਣਾਉਣ ਲਈ ਪ੍ਰੇਰਿਤ ਕਰਨਗੇ। ਇਹ ਉਹੀ ਗੁਰੂ ਤੇਗ ਬਹਾਦਰ ਜੀ ਦਾ ਪਿਤਾ ਜੋ ਮਨੁੱਖਤਾ ਲਈ ਲੜਾਈ ਲੜ ਰਿਹਾ ਸੀ, ਤੇ ਉਹੀ ਇਹਨਾਂ ਦਾ ਬੇਟਾ ਜਿਸ ਨੇ ਆਪਣਾ ਸਾਰਾ ਪਰਿਵਾਰ ਹੀ ਵਾਰ ਦਿੱਤਾ। ਕਿਹੜਾ ਪਿਤਾ ਹੈ ਸੰਸਾਰ ਵਿੱਚ ਜਿਹੜਾ ਆਪਣੇ ਪੁੱਤਰ ਦਾ ਸਿਹਰਾ ਤਿਆਰ ਕਰ ਰਿਹਾ ਕਿ ਇਹ ਲਾੜੀ ਮੌਤ ਨੂੰ ਵਿਆਹੁਣ ਜਾ ਰਿਹਾ, ਲਾੜੀ ਮੌਤ ਨੂੰ ਵਿਆਹੁਣ ਜਾ ਰਿਹਾ। ਤੇ ਅੱਗੇ ਉਹਨਾਂ ਦਾ ਪੁੱਤਰ ਕਿਹੜਾ ਘੱਟ ਸੀ, ਨਾਮ ਹੈ ਅਜੀਤ ਸਿੰਘ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋਂ ਵਾਪਸ ਨਹੀਂ ਆਊਂਗਾ। ਇਹ ਹੈ ਸੰਕਲਪ। ਇੱਥੇ ਕੋਈ ਸਿੱਖ ਧਰਮ ਦੀ ਗੱਲ ਨਹੀਂ ਹੋ ਰਹੀ, ਇੱਥੇ ਇਨਸਾਨੀਅਤ ਦੀ ਗੱਲ ਹੋ ਰਹੀ ਹੈ। ਤੇ ਗੁਰੂ ਤੇਗ ਬਹਾਦਰ ਜੀ ਵੀ ਇਨਸਾਨੀਅਤ ਦੀ ਗੱਲ ਕਰਦੇ ਨੇ, ਗੁਰੂ ਸਾਹਿਬ ਵੀ ਇਨਸਾਨੀਅਤ ਦੀ ਗੱਲ ਕਰਦੇ ਨੇ। ਇੱਥੇ ਧਰਮਾਂ ਦੀਆਂ ਵੰਡੀਆਂ ਬਰਦਾਸ਼ਤ ਨਹੀਂ ਹੁੰਦੀਆਂ। ਜਿਸ ਨੇ ਇਨਸਾਨੀਅਤ ਨੂੰ ਵੰਡਿਆ, ਇਹ ਜੀਵਨ ਤੋਂ ਸਿੱਧ ਲੈਣ ਦੀ ਲੋੜ ਹੈ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਐਡਾ ਬੜਮੁੱਲਾ ਹੈ, ਮੁੱਲਵਾਨ ਹੈ, ਉੱਥੇ ਉਹਨਾਂ ਨੇ ਜੋ ਬਾਣੀ ਰਚੀ ਉਹ ਵੀ ਬਹੁਤ ਸਾਰਥਿਕ ਅਤੇ ਹਰ ਇੱਕ ਵਿਅਕਤੀ ਨੂੰ ਸੰਦੇਸ਼ ਦੇਣ ਵਾਲੀ ਹੈ। ਤੇ ਗੁਰੂ ਸਾਹਿਬ ਦੀ ਬਾਣੀ ਬਾਰੇ ਕੁਝ ਵਿਚਾਰ ਕੀਤਾ ਜਾਵੇ ਤਾਂ ਉਹਨਾਂ ਵਿੱਚ ਜੋ ਪ੍ਰਮੁੱਖ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਸਰਬ ਸ੍ਰੇਸ਼ਟ ਪਰਮਾਤਮਾ, ਨਾਮ ਸਿਮਰਨ, ਨਾਸ਼ਵਾਨਤਾ, ਹਉਮੈ ਹੰਕਾਰ ਤੋਂ ਮੁਕਤ ਹੋਣਾ ਅਤੇ ਵਿਕਾਰਾਂ ਤੋਂ ਦੂਰ ਰਹਿਣ ਦੇ ਪ੍ਰਵਚਨ ਕੀਤੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ 59 ਸ਼ਬਦ ਅਤੇ 57 ਸ਼ਲੋਕ ਜੋ 15 ਰਾਗਾਂ ਵਿੱਚ ਹਨ, ਗੌੜੀ, ਧਨਾਸਰੀ ਆਦਿਕ ਰਾਗਾਂ ਵਿੱਚ ਜੋ ਬਾਣੀ ਹੈ ਉਸ ਵਿੱਚ ਬਹੁਤ ਖਿੱਚ ਹੈ, ਸੁੰਦਰਤਾ ਹੈ, ਔਰ ਥਾਂ ਪਰ ਥਾਂ ਮਨੁੱਖ ਨੂੰ ਜਿਹੜਾ ਇੱਕ ਸੇਧ ਦਿੰਦੇ ਨੇ ਕਿ ਤੇਰੇ ਅਸਲ ਜੀਵਨ ਦਾ ਲਕਸ਼ ਕੀ ਹੈ। ਪਰਮਾਤਮਾ ਦੀ ਸਰਵ ਸ੍ਰੇਸ਼ਟਤਾ ਪ੍ਰਮੁੱਖ ਪ੍ਰਵਚਨ ਹੈ। ਪਰਮਾਤਮਾ ਹਰ ਇੱਕ ਕਿਣਕੇ ਵਿੱਚ ਮੌਜੂਦ ਹੈ, ਸਰਵ ਸ੍ਰੇਸ਼ਟ ਹੈ, ਸਾਰਾ ਕੁਝ ਉਸ ਦੇ ਹੁਕਮ ਵਿੱਚ ਚੱਲਦਾ ਹੈ, ਹੁਕਮ ਤੋਂ ਬਾਹਰ ਕੁਝ ਵੀ ਨਹੀਂ। ਇਹ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ, ਸਾਰਾ ਕੁਝ ਨਿਯਮਬੱਧ ਵਰਤਾਰਾ ਹੈ। ਜੇ ਸਾਰੀ ਕੁਦਰਤ ਨਿਯਮਬੱਧ ਵਰਤਾਰੇ ਵਿੱਚ ਵੱਜੀ ਹੋਈ ਹੈ ਤਾਂ ਸੋਚਣ ਵਾਲੀ ਗੱਲ ਹੈ ਕਿ ਮਨੁੱਖ ਕਿਉਂ ਨਹੀਂ ਵੱਜ ਰਿਹਾ। ਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਵਚਨ ਆਖ ਰਹੇ ਨੇ ਕਿ ਉਸ ਗੋਬਿੰਦ ਰਾਮ ਪਰਮਾਤਮਾ ਵਾਹਿਗੁਰੂ ਨੂੰ ਯਾਦ ਕਰ, ਉਹੀ ਤੇਰਾ ਸਹਾਰਾ ਬਣੇਗਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਹ ਵਿਨ ਜਲ ਕੋ ਮੀਨ। ਜਹ ਵਿਦ ਜਲ ਕੋ ਮੀਨ। ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੁੰਦਾ, ਉਸ ਤਰ੍ਹਾਂ ਪਰਮਾਤਮਾ ਨਾਲ ਪਿਆਰ ਹੋਣਾ ਚਾਹੀਦਾ। ਜਦੋਂ ਸਮਾਂ ਸੀ ਨਾ, ਉਦੋਂ ਨਾਮ ਰੂਪੀ ਵੇੜਾ ਤਿਆਰ ਕੀਤਾ ਨਹੀਂ, ਤੇ ਜਦੋਂ ਫਿਰ ਸਮਾਂ ਆ ਜਾਂਦਾ ਜਾਣ ਦਾ
ਤੇ ਮਨੁੱਖ ਫਿਰ ਪਛਤਾਉਂਦਾ ਹੈ, ਭੱਜਿਆ ਫਿਰਦਾ ਕਿ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਕੁਝ ਖੱਟਿਆ ਹੀ ਨਹੀਂ, ਕਮਾਈ ਨਹੀਂ ਕੀਤੀ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਆਪਣੀ ਜ਼ਿੰਦਗੀ ਵਿੱਚ ਕੁਝ ਨੇਕ ਕਮਾਈ ਕਰ ਲੈ ਜੋ ਤੇਰੇ ਨਾਲ ਜਾਣੀ ਹੈ। ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਰੱਖ, ਇਹੀ ਤੇਰਾ ਸਹਾਰਾ ਬਣੇਗਾ। ਕੁਦਰਤ ਵਿੱਚੋਂ ਆਨੰਦ ਲੈ। ਜਿਉਂ-ਜਿਉਂ ਤੇਰਾ ਸਮਾਂ ਜਾਣ ਦਾ ਨੇੜੇ ਆ ਰਿਹਾ, ਉਵੇਂ-ਉਵੇਂ ਤੇਰੀ ਜਿਹੜੀ ਕੀਤੀ ਹੋਈ ਕਮਾਈ ਹੈ ਉਹਦਾ ਲੇਖਾ ਜੋਖਾ ਹੋਣਾ ਹੈ। ਤੇ ਨਾਮ ਸਿਮਰਨ ਦਾ ਉਹਨਾਂ ਨੇ ਜੋ ਪ੍ਰਵਚਨ ਉਸਾਰੇ ਨੇ, ਉਸ ਵਿੱਚ ਇਹ ਨਹੀਂ ਕਿਹਾ ਕਿ ਕਿਤੇ ਜੰਗਲਾਂ ਵਿੱਚ ਜਾ ਕੇ ਧੂਣੀਆਂ ਦਿਖਾ ਲਓ ਜਾਂ ਅਡੰਬਰ ਕਰੋ। ਨਹੀਂ, ਪਖੰਡ ਨਹੀਂ ਕਰਨਾ, ਅਡੰਬਰ ਨਹੀਂ ਕਰਨਾ। ਉਸ ਪਰਮਾਤਮਾ ਨੂੰ ਯਾਦ ਕਰਨਾ, ਸਿਮਰਨ ਕਰਨਾ, ਨਾਮ ਸਿਮਰਨ। ਸਿਮਰਨ ਦੀ ਲੜੀ ਤੇਰੇ ਅੰਦਰ ਚੱਲੇ। ਗੁਰੂ ਜੀ ਆਤਮਿਕ ਤੌਰ ਤੇ ਇੰਨੇ ਮਜ਼ਬੂਤ ਸੀ ਤਾਂ ਹੀ ਸ਼ਹਾਦਤ ਤੱਕ ਪਹੁੰਚੇ। ਇਬਾਦਤ ਤੋਂ ਸ਼ਹਾਦਤ ਤੱਕ ਪਹੁੰਚਣਾ ਹੀ ਉਹਨਾਂ ਦਾ ਵੱਡਾ ਗੁਣ ਹੈ। ਉਸ ਕਰਕੇ ਆਇਆ ਕਿਉਂਕਿ ਆਤਮਿਕ ਤੌਰ ਤੇ ਉਹਨਾਂ ਨੇ ਬਾਣੀ ਨਾਲ ਜਿਹੜਾ ਹੈ ਆਪਣੇ ਆਪ ਨੂੰ ਬਹੁਤ ਮਜ਼ਬੂਤ ਕਰ ਲਿਆ ਸੀ। ਉਹ ਜਾਣ ਚੁੱਕੇ ਸੀ ਕਿ ਇੱਥੇ ਅਸਲ ਲਕਸ਼ ਕੀ ਹੈ ਜੀਵਨ ਦਾ। ਤੇ ਤੀਸਰਾ ਜਿਹੜਾ ਪ੍ਰਵਚਨ ਪ੍ਰਮੁੱਖ ਸਾਹਮਣੇ ਆਉਂਦਾ ਹੈ ਕਿ ਨਾ ਉਸਤਤ ਨਾ ਨਿੰਦਿਆ, ਇਹਨਾਂ ਦੋਨਾਂ ਤੋਂ ਜਿਹੜਾ ਹੈ ਬਚ ਕੇ ਸਥਿਰ ਰਹਿਣ ਦੀ ਜਿਹੜੀ ਹੈ ਕਾਬਲੀਅਤ ਤੇਰੇ ਕੋਲ ਹੋਣੀ ਚਾਹੀਦੀ ਹੈ। ਨਾ ਚਾਪਲੂਸੀ ਕਰਨੀ ਹੈ ਤਾਂ ਨਾ ਹੀ ਚੰਗੇ ਨੂੰ ਮਾੜਾ ਕਹਿਣਾ ਹੈ। ਸਥਿਰ ਰਹਿ। ਖੁਸ਼ੀ ਅਤੇ ਗਮੀ ਵਿੱਚ ਵੀ ਜਿਹੜਾ ਹੈ ਆਪਣੇ ਆਪ ਨੂੰ ਇੱਕ ਸਮਾਨ ਰੱਖ। ਉਹੀ ਅਸਲ ਜੀਵਨ ਦਾ ਆਧਾਰ ਹੈ। ਇਹ ਜ਼ਿੰਦਗੀ 'ਚ ਹੁੰਦਾ ਨਾ, ਸਾਡੀ ਵੇਖਣ ਵਾਲੀ ਦ੍ਰਿਸ਼ਟੀ ਹੁੰਦੀ ਹੈ ਕਿ ਅਸੀਂ ਕਿਸੇ ਵੀ ਵਸਤ ਨੂੰ, ਕਿਸੇ ਵੀ ਨਜ਼ਾਰੇ ਨੂੰ, ਕਿਸੇ ਵੀ ਜ਼ਿੰਦਗੀ ਦੇ ਪੈਟਰਨ ਨੂੰ ਕਿਸ ਤਰ੍ਹਾਂ ਵੇਖਦੇ ਹਾਂ। ਤੇ ਇੱਕ ਫੁੱਲ ਹੈ, ਇੱਕ ਫੁੱਲ ਦੀ ਟਾਹਣੀ ਨਾਲ ਫੁੱਲ ਲੱਗਿਆ ਹੋਇਆ, ਗੁਲਾਬ ਦਾ ਫੁੱਲ ਹੈ ਤੇ ਉਹਦੇ ਕੰਡੇ ਵੀ ਨਾਲ ਨੇ। ਕੁਝ ਫੁੱਲ ਦੇਖਣਗੇ ਖੂਬਸੂਰਤ ਤੇ ਕੁਝ ਕਹਿਣਗੇ ਕੰਡੇ ਨੇ ਇਹਦੇ ਵਿੱਚ। ਜਾਂ ਕਮਲ ਦਾ ਫੁੱਲ ਦੀ ਉਦਾਹਰਨ ਲਈ ਜਾ ਸਕਦੀ ਹੈ। ਕਮਲ ਦਾ ਫੁੱਲ ਚਿੱਕੜ ਵਿੱਚ ਉੱਗਦਾ ਹੈ, ਚਿੱਕੜ ਵਿੱਚ ਉੱਗ ਕੇ ਜਿਹੜਾ ਹੈ ਉਹ ਕਿੰਨਾ ਸੋਹਣਾ ਉੱਪਰ ਫੁੱਲ ਖਿਲਦਾ ਹੈ। ਤੇ ਕੁਝ ਉਹ ਉੱਗੇ ਹੋਏ ਜਿਹੜੇ ਉੱਪਰ ਫੁੱਲ ਜਿਹੜਾ ਹੈ ਖਿਲਿਆ ਹੋਇਆ, ਉਹਨੂੰ ਦੇਖ ਕੇ ਬੜਾ ਖੂਬਸੂਰਤੀ ਨਾਲ ਆਨੰਦ ਦੀ ਪ੍ਰਕਿਰਿਆ ਵਿੱਚ ਰਹਿਣਗੇ ਤੇ ਕੁਝ ਕਹਿਣਗੇ ਤਾਂ ਚਿੱਕੜ ਵਿੱਚ ਜਿਹੜਾ ਹੈ ਉਹ ਉੱਗਿਆ ਹੋਇਆ। ਸੋ ਦੇਖਣ ਦੀ ਦ੍ਰਿਸ਼ਟੀ ਹੈ। ਇਸ ਤਰ੍ਹਾਂ ਜ਼ਿੰਦਗੀ ਨੂੰ ਵੇਖਣ ਦੀ ਦ੍ਰਿਸ਼ਟੀ ਹੈ ਕਿ ਤੁਸੀਂ ਸਕਾਰਾਤਮਕ ਨਜ਼ਰੀਏ ਤੋਂ ਕਿਸ ਤਰ੍ਹਾਂ ਜ਼ਿੰਦਗੀ ਨੂੰ ਵੇਖਦੇ ਜਾਂ ਪਰਖਦੇ ਹੋ। ਤੇ ਗੁਰੂ ਸਾਹਿਬ ਨੇ ਇਸ ਪ੍ਰਤੀ ਵੱਡਾ ਜਿਹੜਾ ਸੰਦੇਸ਼ ਦਿੱਤਾ ਕਿ ਉਸਤਤ ਨਿੰਦਿਆ ਵਿੱਚ ਖਚਤ ਨਹੀਂ ਹੋਣਾ। ਆਪਣੇ ਆਪ ਨੂੰ ਸਥਿਰ ਰੱਖ, ਵੱਡਾ ਕਰਕੇ ਜਾਣ, ਨਾ ਹੀ ਖੁਸ਼ੀ ਗਮੀ ਤੈਨੂੰ ਪਰੇਸ਼ਾਨ ਕਰੇ। ਦੁੱਖ ਆਉਣਗੇ, ਦੁੱਖ ਜ਼ਿੰਦਗੀ ਦਾ ਅਟੁੱਟ ਹਿੱਸਾ ਨੇ। ਗੁਰੂ ਸਾਹਿਬ ਦਾ ਪ੍ਰਵਚਨ ਹੈ ਕਿ ਦੁੱਖ ਜਿਹੜਾ ਹੈ ਉਹ ਜ਼ਿੰਦਗੀ ਦਾ ਪ੍ਰਮੁੱਖ ਹਿੱਸਾ ਨੇ। ਉਹਨਾਂ ਤੋਂ ਡਰਨਾ ਨਹੀਂ, ਉਹਨਾਂ ਦਾ ਡਟ ਕੇ ਸਾਹਮਣਾ ਕਰਨਾ ਹੈ। ਦੁੱਖਾਂ ਤੋਂ ਪਰੇਸ਼ਾਨ ਨਹੀਂ ਹੋਣਾ। ਦੁੱਖਾਂ ਤੋਂ ਬਿਨਾਂ ਅਸੀਂ ਜਿਹੜਾ ਹੈ ਉਹ ਮਜ਼ਬੂਤ ਬਣੇ ਨਹੀਂ ਸਕਦੇ। ਤੇ ਸਭ ਤੋਂ ਵੱਡਾ ਜਿਹੜਾ ਹੈ ਕਨਸੈਪਟ ਗੁਰੂ ਸਾਹਿਬ ਦੀ ਬਾਣੀ ਦਾ ਹੈ ਨਾਸ਼ਵਾਨਤਾ। ਕਿ ਹੇ ਮਨੁੱਖ, ਤੇਰਾ ਜੀਵਨ ਜਿਹੜਾ ਹੈ ਉਹ ਨਾਸ਼ਵਾਨ ਹੈ। ਤੂੰ ਕੁਝ ਸਮੇਂ ਵਾਸਤੇ ਇੱਥੇ ਆਇਆ, ਕੁਝ ਸਮਾਂ ਬਤੀਤ ਕਰਕੇ ਇੱਥੋਂ ਚਲਿਆ ਜਾਣਾ। ਫਿਰ ਇਹ ਜਿਹੜਾ ਹੈ ਲੁੱਟ ਖਸੁੱਟ, ਹਉਮੈ, ਚੌਧਰ, ਮਾਣ, ਹੰਕਾਰ ਦੇ ਜਿਹੜੇ ਤੂੰ ਇਹ ਪਹਿਰਾਵੇ ਪਾਏ ਹੋਏ ਆ, ਇਹਨਾਂ ਨੂੰ ਉਤਾਰ ਦੇ। ਇਹਨਾਂ ਦੀ ਕੋਈ ਲੋੜ ਨਹੀਂ। ਆਪਣੇ ਆਪ ਨੂੰ ਪਛਾਣ। ਇਹ ਜੱਗ ਨਾਸ਼ਵਾਨ ਹੈ, ਸੁਪਨੇ ਦੀ ਨਿਆਈ ਹੈ। ਜਿਸ ਤਰ੍ਹਾਂ ਸੁਪਨਾ ਆਉਂਦਾ ਚਲਿਆ ਜਾਂਦਾ ਹੈ, ਉਸੇ ਤਰ੍ਹਾਂ ਸਾਡੇ ਸਰੀਰ ਨੇ। ਇਹ ਸਰੀਰ ਰੂਪੀ ਘੜਾ ਕਦੋਂ ਭੱਜ ਜਾਣਾ, ਇਹ ਗੱਲ ਸਾਨੂੰ ਚੇਤੇ ਹੋਣੀ ਚਾਹੀਦੀ ਹੈ। ਤੇ ਗੁਰੂ ਸਾਹਿਬ ਬਾਰ-ਬਾਰ ਇਹਦਾ ਜ਼ਿਕਰ ਕਰ ਰਹੇ ਨੇ ਕਿ ਤੂੰ ਸਦਾ ਵਾਸਤੇ ਇੱਥੇ ਨਹੀਂ ਆਇਆ। ਹੰਕਾਰ ਨਾ ਕਰ, ਮਾਣ ਨਾ ਕਰ। ਬੜਾ ਸੋਹਣਾ ਫਰਮਾਨ ਗੁਰੂ ਸਾਹਿਬ ਦੇ ਸ਼ਲੋਕ। ਉਦਬੁਦਾ ਉਪਜੇ ਵਿਨਸੇ ਨੀਰ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਣ ਮੀਤ। ਜਿਸ ਤਰ੍ਹਾਂ ਪਾਣੀ ਵਿੱਚ ਇੱਕ ਬੁਲਬੁਲਾ ਉਪਜਦਾ ਹੈ ਤੇ ਉਹਦੀ ਹੋਂਦ ਕੁਝ ਚਿਰ ਵਾਸਤੇ ਹੁੰਦੀ ਹੈ, ਉਹ ਖਤਮ ਹੋ ਜਾਂਦਾ ਹੈ। ਉਸੇ ਤਰ੍ਹਾਂ ਹੇ ਮਨੁੱਖ, ਤੇਰਾ ਜੀਵਨ ਹੈ, ਇਸਨੇ ਵੀ ਕੁਝ
ਚਿਰ ਤੋਂ ਬਾਅਦ ਖਤਮ ਹੋ ਜਾਣਾ ਹੈ। ਇਹ ਕਿਸੇ ਨੂੰ ਪਤਾ ਨਹੀਂ ਕਿ ਕਦੋਂ ਸਵਾਸਾਂ ਦੀ ਲੜੀ ਟੁੱਟ ਜਾਵੇ। ਤੇ ਫਿਰ ਕਿਉਂ ਨਾ ਜਿਹੜਾ ਹੈ ਆਪਣੇ ਜੀਵਨ ਵਿੱਚ ਚੰਗੇ ਕਰਮ ਕਰਕੇ ਇਸ ਨੂੰ ਚੰਗੇਰਾ ਤੇ ਸੁਨਹਿਰਾ ਬਣਾਇਆ ਜਾਵੇ। ਇੱਕ ਵੱਡਾ ਸੰਦੇਸ਼ ਹੈ ਅੱਜ ਦੇ ਇਸ ਯੁੱਗ ਵਾਸਤੇ ਵੀ, ਕਿ ਅਸੀਂ ਭੱਜ ਦੌੜ ਦੀ ਤੇਜ਼ ਪਦਾਰਥਕ ਯੁੱਗ ਵਿੱਚ ਕਿਉਂ ਇੰਨੀ ਲਾਲਸਾ ਪੈਦਾ ਕੀਤੀ ਹੋਈ ਹੈ ਕਿ ਅਸੀਂ ਰਿਸ਼ਤਿਆਂ ਦੇ ਨਿੱਘ, ਭਾਈਚਾਰਕ ਮੋਹ ਤੰਦਾਂ ਜਾਂ ਇਨਸਾਨੀਅਤ ਨੂੰ ਹੀ ਭੁੱਲ ਕੇ ਮਾਇਆ ਇਕੱਤਰ ਕਰਨ ਵਾਸਤੇ ਲੱਗੇ ਹੋਏ ਆ। ਪਰ ਇਹ ਸਾਡੇ ਨਾਲ ਨਹੀਂ ਜਾਏਗੀ। ਗੁਰੂ ਜੀ ਸਾਫ਼ ਕਹਿ ਦਿੱਤਾ, ਇਹ ਮਾਇਆ ਨਾਲ ਨਹੀਂ ਜਾਣੀ। ਨਾ ਕੋਈ ਰਿਸ਼ਤੇ ਨਾਤੇ ਸੰਗ ਸਾਥ ਦੀ ਤੂੰ ਗੱਲ ਵੀ ਕਰ ਰਿਹਾ, ਨਹੀਂ ਜਾਏਗਾ। ਕੌਣ ਜਾਏਗਾ? ਤੇਰੇ ਕੀਤੇ ਹੋਏ ਚੰਗੇ ਕਰਮ ਜਾਣਗੇ ਨਹੀਂ। ਤੇਰੇ ਕੀਤੇ ਹੋਏ ਚੰਗੇ ਕਰਮਾਂ ਦੀ ਉਪਮਾ ਸ਼ਲਾਘਾ ਇੱਥੇ ਜਿਉਂਦਿਆਂ ਜੀ ਹੈ। ਦੁੱਖ ਸੁੱਖ ਕਿਸੇ ਜੀਵਨ ਵਿੱਚ ਨੇ। ਨਾਸ਼ਮਾਨਤਾ ਬਾਰੇ ਬਾਰ-ਬਾਰ ਵਿਖਿਆਨ ਕਰ ਰਹੇ ਨੇ। ਰਾਮ ਗਇਓ ਰਾਵਣ ਗਇਓ, ਜਾਗੋ ਬਹੁ ਪਰਿਵਾਰ, ਜਗ ਰਚਨਾ ਤੈਸੇ ਰਚੀ, ਸੁਪਨੇ ਜਿਉ ਸੰਸਾਰ। ਕਿ हे ਮਨੁੱਖ, ਰਾਮ ਵੀ ਚਲੇ ਗਏ, ਉਹਨਾਂ ਦਾ ਪਰਿਵਾਰ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ, ਇੱਥੇ ਕੋਈ ਵੀ ਥਿਰ ਨਹੀਂ ਹੈ। ਜਿਵੇਂ ਜਿਵੇਂ ਵਾਰੀ ਆਉਂਦੀ ਹੈ ਸਾਰੇ ਨੇ ਚਲੇ ਜਾਣਾ। ਵਾਰੀ ਆਪੋ ਆਪਣੀ, ਕੋਈ ਨਾ ਬੰਦੇ ਧੀਰ, ਕੋਈ ਨਹੀਂ ਰੋਕ ਸਕਦਾ। ਇਹ ਗੱਲ ਹਰ ਇੱਕ ਮਨੁੱਖ ਦੇ ਮਨ ਵਿੱਚ ਵਸਣੀ ਚਾਹੀਦੀ ਹੈ ਕਿ ਸਾਡੇ ਜੀਵਨ ਦਾ ਅਸਲ ਉਦੇਸ਼ ਕੀ ਹੋਣਾ ਚਾਹੀਦਾ ਹੈ। ਤੇ ਫਿਰ ਜਦੋਂ ਇੱਥੇ ਰਹਿਣਾ ਹੀ ਨਹੀਂ ਤਾਂ ਫਿਰ ਇਹ ਕਿਉਂ ਅਸੀਂ ਜਿਹੜਾ ਹੈ ਬਹੁਤ ਵਿਕਾਰ ਇਕੱਠੇ ਕਰਕੇ ਆਪਣੇ ਆਪ ਨੂੰ ਇਹਨਾਂ ਵਿੱਚ ਖਚਤ ਕਰ ਰੱਖਿਆ। ਵੱਡਾ ਪ੍ਰਸ਼ਨ ਚਿੰਨ੍ਹ ਲਗਾਇਆ ਗੁਰੂ ਸਾਹਿਬ ਨੇ। ਚਿੰਤਾ ਤਾਕੇ ਕੀਜੀਏ ਜੇ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਚਿੰਤਾ ਤਾਂ ਕਰੀਏ ਜੇ ਕੋਈ ਅਣਹੋਣੀ ਹੋਏ। ਜਦ ਪਤਾ ਹੈ ਕਿ ਕੋਈ ਥਿਰ ਹੈ ਹੀ ਨਹੀਂ, ਫਿਰ ਚਿੰਤਾ ਕਿਉਂ? ਚਿੰਤਾ ਨਹੀਂ ਕਰਨੀ। ਦੁੱਖ ਆਉਂਦੇ ਵੀ ਨਹੀਂ ਤਾਂ ਉਹਨਾਂ ਡਟ ਕੇ ਸਾਹਮਣਾ ਕਰਨਾ ਹੈ। ਇਹੀ ਸੁਭਾਅ ਹੋਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਹਾਰਨਾ ਨਹੀਂ। ਜਿੱਤਣ ਦਾ ਉਦੇਸ਼ ਲੈ ਕੇ ਚੱਲੇ ਸੀ ਗੁਰੂ ਤੇਗ ਬਹਾਦਰ, ਤੇ ਉਹ ਉਦੇਸ਼ ਉਹਨਾਂ ਨੇ ਸੰਪੂਰਨ ਵੀ ਕੀਤਾ। ਤੇ ਜਿਨ੍ਹਾਂ ਦੇ ਕੁਰਬਾਨੀ ਨਾਲ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਵੀ ਬਹੁਤ ਵੱਡਾ ਬਦਲਾਅ ਆਇਆ। ਜ਼ੁਲਮੀ ਸ਼ਕਤੀਆਂ ਲਈ ਇੱਕ ਸੰਦੇਸ਼ ਗਿਆ ਕਿ ਜ਼ੁਲਮ ਨੂੰ ਜਿਹੜਾ ਹੈ ਹੋਰ ਅੱਗੇ ਜਿਹੜਾ ਤੋੜਿਆ ਨਹੀਂ ਜਾ ਸਕਦਾ ਜੇ ਕੋਈ ਇਹਦਾ ਵਿਰੋਧ ਕਰਨ ਵਾਲਾ ਸੂਰਮਾ ਯੋਧਾ ਆਪਣੀ ਆਵਾਜ਼ ਬੁਲੰਦ ਕਰੇ। ਤੇ ਅੱਜ ਲੋੜ ਹੈ, ਅੱਜ ਵੀ ਵਿਸ਼ਵੀਕਰਨ ਦੇ, ਗਲੋਬਲਾਈਜੇਸ਼ਨ ਦੇ ਇਸ ਸਮੇਂ ਵਿੱਚ ਹਰ ਇੱਕ ਵਿਅਕਤੀ ਕੋਲ ਗਿਆਨ ਦੀਆਂ ਤੰਦਾਂ ਨੂੰ ਮਜ਼ਬੂਤ ਬਣਾਉਣ ਦਾ ਜਿਹੜਾ ਹੈ ਉਹ ਚਿੰਨ੍ਹ ਹੋਣੀ ਚਾਹੀਦੀ ਹੈ ਕਿ ਅਸਲ ਜੀਵਨ ਕੀ ਹੈ ਤੇ ਅਸੀਂ ਕਿਹੜੀਆਂ ਕਾਲਪਨਿਕ ਨਕਲ ਜਿਹੜਾ ਹੈ ਉਹ ਬਣਾਉਟੀ ਪਦਾਰਥਵਾਦ ਵਿੱਚ ਉਲਝ ਕੇ ਅਸ਼ਾਂਤ ਹੋ ਰਹੇ ਹਾਂ। ਕਿਉਂ? ਵਾਏ ਅਸ਼ਾਂਤੀ ਨਹੀਂ, ਸ਼ਾਂਤੀ। ਇਹ ਸੰਦੇਸ਼ ਸਾਨੂੰ ਸਾਡੀ ਸੰਸਕ੍ਰਿਤੀ ਦਿੰਦੀ ਹੈ, ਸਾਡੇ ਗ੍ਰੰਥ ਦਿੰਦੇ ਨੇ। ਗੁਰੂ ਤੇਗ ਬਹਾਦਰ ਜੀ ਵਰਗੇ ਸੰਤ, ਗੁਰੂ, ਪੈਗੰਬਰ, ਯੋਧੇ, ਸੂਰਵੀਰ ਦਿੰਦੇ ਨੇ ਕਿ ਜ਼ਿੰਦਗੀ ਦਾ ਮੁੱਖ ਉਦੇਸ਼ ਪਦਾਰਥ ਨਹੀਂ, ਆਪਣੇ ਮਨ ਅੰਦਰ ਝਾਤੀ ਮਾਰ ਕੇ ਚੰਗੇ ਕਰਮ ਕਰਨਾ ਤੇ ਖੁਸ਼ੀ ਵਿੱਚ ਜੀਵਨ ਜਿਉਣਾ ਹੈ। ਮਾਇਆ ਬਾਰੇ ਉਹਨਾਂ ਨੇ ਬਹੁਤ ਸ਼ਲੋਕ ਜਿਹੜੇ ਨੇ ਉਹ ਕਹੇ ਨੇ ਕਿ ਇਹ ਤੇਰੇ ਨਾਲ ਨਹੀਂ ਜਾਏਗੀ। ਬੇਲੋੜੀ ਮਾਇਆ ਇਕੱਤਰ ਕਰਨ ਦੇ ਵੱਲ ਤੂੰ ਭੱਜਿਆ ਫਿਰਦਾ, ਇਹ ਤੇਰੇ ਨਾਲ ਨਹੀਂ ਜਾਣੀ, ਸਾਰਾ ਕੁਝ ਛੱਡ ਕੇ ਚਲਿਆ ਜਾਏਗਾ। ਫਿਰ ਇਸ ਕਰਕੇ ਗੱਲ ਸਮਝ ਇਸ ਗੱਲ ਨੂੰ ਕਿ ਅਸਲ ਤੇਰੇ ਵਾਸਤੇ ਕੀ ਹੈ। ਆਨੰਦ ਦਾ ਸੋਮਾ। ਤੇ ਅੱਗੇ ਜਿਹੜੀ ਗੱਲ ਉਹਨਾਂ ਨੇ ਕੀਤੀ ਉਹ ਹੈ ਹਉਮੈ, ਹੰਕਾਰ ਦੀ, ਕਿ ਹੇ ਇਨਸਾਨ ਹੰਕਾਰ ਨਾ ਕਰ, ਹਉਮੈ ਨਾ ਕਰ। ਇਹ ਬਹੁਤ ਮਾੜੀ ਹੈ। ਹਉਮੈ ਹੰਕਾਰ ਕਰਕੇ ਤੂੰ ਆਪਣੀ ਆਪ ਹੀ ਬਰਬਾਦੀ ਕਰ ਰਿਹਾ। ਮਾਣ ਨਾ ਕਰ। ਜੇ ਕੋਈ ਤੀਰਥਾਂ ਉੱਤੇ ਜਾਂਦਾ ਵੀ ਹੈ, ਜੇ ਕਿਸੇ ਨੂੰ ਕੋਈ ਦਾਨ ਵੀ ਦੇ ਦਿੰਨਾ ਤਾਂ ਤੀਰਥਾਂ ਉੱਤੇ ਜਾ ਕੇ ਦਾਨ ਦੇ ਕੇ ਇਹ ਨਾ ਵਿਖਾ, ਇਹ ਸਾਰੇ ਨਿਫਲ ਹੋ ਜਾਣਗੇ, ਇਹਨਾਂ ਦਾ ਕੋਈ ਫਲ ਨਹੀਂ ਰਹੇਗਾ ਜਦ ਤੱਕ ਤੇਰੇ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਕੀਤਾ, ਮੈਂ। ਤੇ ਸਭ ਤੋਂ ਜ਼ਿਆਦਾ ਵਿਸ਼ਵ ਵਿੱਚ ਅੱਜ ਜਿਹੜੀ ਹੈ ਮੈਂ ਹੀ ਪਰੇਸ਼ਾਨ ਕਰ ਰਹੀ ਹੈ, ਚੌਧਰ ਪਰੇਸ਼ਾਨ ਕਰ ਰਹੀ ਹੈ। ਇੱਕ ਦੂਸਰੇ ਨੂੰ ਅਸੀਂ ਉਲੰਘ ਕੇ ਆਪਣੇ ਆਪ ਨੂੰ ਜ਼ਿਆਦਾ ਵਿਖਾਉਣ ਦੀ ਹੋਰ ਵਿੱਚ ਲੱਗੇ ਹੋਏ ਆ, ਪਰ ਉਹਦਾ ਰਿਜ਼ਲਟ ਕੁਝ ਵੀ ਨਹੀਂ ਹੈ। ਇਹ ਹੋਰ ਕਿਉਂ ਹੈ? ਦੂਸਰੇ ਨੂੰ ਮਿੱਧ ਕੇ ਨਹੀਂ, ਦੂਸਰੇ ਦੀ ਬਾਹ ਪਕੜਨਾ ਸਿਖਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ।
ਤੇ ਜਿਹੜੇ ਬਾਰ-ਬਾਰ ਕਹਿ ਰਹੇ ਨੇ ਕਿ ਇਹ ਵਿਕਾਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇਰੇ ਇਸ ਜ਼ਿੰਦਗੀ ਦੇ ਪੈਂਡੇ ਵਿੱਚ ਵੱਡੀ ਅੜਚਨ ਨਾ ਬਣ ਜਾਣ, ਆਪਣੇ ਆਪ ਨੂੰ ਸਥਿਰ ਕਰ। ਤੇ ਸਥਿਰ ਹੋਵੇਗਾ ਕਿਵੇਂ? ਜੇ ਤੂੰ ਗਿਆਨ ਦੀਆਂ ਉਹ ਸ਼ਬਦਾਂ ਦੀਆਂ ਜਿਹੜੀਆਂ ਡੂੰਘਾਈਆਂ ਨੂੰ ਜਾਣੇਗਾ, ਜੋ ਸਾਡੇ ਸੰਸਕ੍ਰਿਤ ਵਿੱਚ ਪਈਆਂ ਨੇ, ਸਾਡੇ ਕੋਲ ਹੀ ਨੇ। ਇਹ ਅਲੱਗ ਗੱਲ ਹੈ ਕਿ ਅੱਜ ਦੇ ਸਮੇਂ ਵਿੱਚ ਸਾਡਾ ਨੌਜਵਾਨ ਵਰਗ ਜਾਂ ਅਸੀਂ ਜਿਹੜਾ ਹੈ ਉਹ ਅਜਿਹਾ ਕੁਝ ਤਿਆਗ ਕੇ ਜਾਂ ਦੂਰ ਕਰਕੇ ਬਨੌਟੀਵਾਦ ਵਿੱਚੋਂ ਖੁਸ਼ੀ ਲੱਭ ਰਹੇ ਆ। ਉਹਦੇ ਵਿੱਚ ਬਹੁਤੀ ਖੁਸ਼ੀ ਵਾਲੀ ਗੱਲ ਮੈਨੂੰ ਜਾਪਦੀ ਨਹੀਂ ਹੈਗੀ। ਸੂਚਨਾ ਟੈਕਨੋਲੋਜੀ ਦਾ ਸਮਾਂ ਸਾਨੂੰ ਜ਼ਰੂਰੀ ਹੈ ਨਾਲ ਲੈ ਕੇ ਚੱਲਣਾ ਪਏਗਾ ਸਾਡੇ ਸੁਖਾਵੇਂ ਸਫ਼ਰ ਲਈ, ਕਿਉਂਕਿ ਸੱਭਿਆਚਾਰਕ ਪਰਿਵਰਤਨ ਜਿਹੜਾ ਹੈ ਉਹ ਸਮੇਂ ਦੀ ਲੋੜ ਹੁੰਦੀ ਹੈ। ਇਸ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਪਰ ਇਹ ਕਿਤੇ ਸਾਡਾ ਵਿਰੋਧੀ ਨਾ ਬਣ ਜਾਵੇ, ਇਸ ਗੱਲ ਨੂੰ ਜਿਹੜਾ ਹੈ ਪ੍ਰਮੁੱਖ ਤੌਰ ਤੇ ਸੋਚਣ ਦੀ ਲੋੜ ਹੈ। ਜੋ ਸਾਡੇ ਵਾਸਤੇ ਸੁਖਾਵਾਂ ਹੈ, ਚੰਗਾ ਹੈ, ਅਸੀਂ ਉਸ ਨੂੰ ਨਾਲ ਲੈ ਕੇ ਚੱਲੀਏ। ਜੋ ਸਾਡੇ ਵਾਸਤੇ ਮਾੜਾ ਹੈ, ਸਾਡਾ ਵਿਰੋਧੀ ਬਣ ਰਿਹਾ ਹੈ, ਮਨੁੱਖ ਤੋਂ ਮਨੁੱਖ ਟੁੱਟ ਰਿਹਾ ਹੈ, ਬੰਦਾ ਕੁਰਲਾ ਰਿਹਾ, ਮਰ ਰਿਹਾ ਹੈ, ਤੇ ਫਿਰ ਜਿਹੜਾ ਹੈ ਸੋਚਣਾ ਬੜਾ ਜ਼ਰੂਰੀ ਹੈ ਕਿ ਜ਼ਿੰਦਗੀ ਦੇ ਕਿਹੜੇ ਸਿਧਾਂਤ ਨੂੰ ਜਿਹੜਾ ਹੈ ਉਹ ਅਸੀਂ ਹੁਣ ਨਾਲ ਅੱਗੇ ਲੈ ਕੇ ਚੱਲੀਏ। ਉਹ ਗੁਰੂ ਤੇਗ ਬਹਾਦਰ ਜੀ ਵਾਰ-ਵਾਰ ਇਹ ਗੱਲ ਜਿਹੜੀ ਹੈ ਕਹਿ ਰਹੇ ਨੇ ਕਿ ਕੁਦਰਤ ਨਾਲ ਪਿਆਰ ਕਰ, ਇਹ ਸਰਵ ਸ੍ਰੇਸ਼ਟ ਹੈ। ਪਰਮਾਤਮਾ ਦੀ ਹੋਂਦ ਨੂੰ ਮੰਨ, ਆਪਣੇ ਅੰਦਰ ਝਾਤੀ ਮਾਰ, ਆਂਤਰਿਕ ਤੌਰ ਤੇ ਮਜ਼ਬੂਤ ਹੋ, ਔਰ ਹੰਕਾਰ, ਮਾਣ, ਲੋਭ, ਮੋਹ, ਕ੍ਰੋਧ, ਹੰਕਾਰ ਸਭ ਤਿਆਗ ਦੇ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਾਡੇ ਵਾਸਤੇ ਇੱਕ ਚਾਨਣ ਮੁਨਾਰਾ ਹੈ। ਤੇ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਉਸੇ ਫਲਸਫੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਅੱਗੇ ਤੋਰਿਆ। ਜਾਂ ਜਦੋਂ ਕਬੀਰ ਜੀ ਕਹਿੰਦੇ ਨੇ ਨਾ ਕਿ ਅਡੰਬਰ ਨਹੀਂ ਕਰਨੇ, ਸਿਮਰਨ ਕਰਨਾ, ਉਹ ਤੇਰੇ ਅੰਦਰ ਹੀ ਹੈ ਪ੍ਰਮਾਤਮਾ, ਕਿਤੇ ਦੂਰ ਢੂੰਡਣ ਦੀ ਲੋੜ ਨਹੀਂ। ਤਾਂ ਕੀ ਕਹਿੰਦੇ ਸੀ ਜਦੋਂ ਬਾਬਾ ਕਬੀਰ ਜੀ ਨੇ ਇੱਕ ਸ਼ਬਦ ਉਚਾਰਿਆ ਸੀ, ਜਾਟ ਵਧਾਏ ਜੇ ਨਰ ਤਰੇ, ਮੋਰ ਕਿਉਂ ਨਾ ਤਰੇ ਜਿਨਕੇ ਲੰਬੇ ਲੰਬੇ ਪਰ ਹੈ, शंख बजाए जो नर तरे, गदा क्यों ना तरे जिनके शंख जय सुर हैं। कहत कबीर सुनो रे संतो, वो नर तरे जिनके हिरदे में हर है। सो गल हिरदे विच हर दी है। अंध विश्वास अज्ञानता दा ठीकरा उन्होंने भन के रख दिता। अज भी लोड़ है। अजोके समय अजिहे फलसफियां दी बहुत वड्डी लोड़ है, क्योंकि कुरान, बाइबल, गीता, गुरु ग्रंथ साहब दा संदेश इक्को ही है, मनुखतावादी सरोकार नूं उच्चा उठाउणा। रब एक है। जे रब एक है ते रब तक पहुंचण लई जे कोई अलग अलग पौड़ियां लगा के जा रहा तां किसी दूसरे नूं जिहड़ा है परेशानी नहीं होनी चाहिए। क्यों? धर्म निरपक्षता, स्वतंत्रता ये सारियां दा हक है। ਇਹਦੇ ਵਿੱਚ कट्टरता नहीं होनी चाहिए। और इस कट्टरता ने साडे देश का पहला ही नुकसान किया होया। 1947 का दुखांत सानू सब नू पता है कि की होया। सिद्ध लैनी हुंदी है जो माड़ा वापर जावे। सो गुरु तेग बहादुर साहब दे 400 साला प्रकाश पुरब नू मनाउण दे जो ये उपराले ने, उन्होंने याद करन अते सन्मान लई जो कुछ किया जा रहा, ये एक बहुत वड्डा उद्यम है। हर एक व्यक्ति नूं उन्हां दी कीती होई घालना याद होवे, ताकि साडे अंदर भी कुछ ज्ञान दीयां रिश्मां प्रवेश कर जाण कि असल जीवन की है ते असीं किस तरह बतीत कर लगे होए हैं। ਜਿਹੜਾ ਇੱਕ ਬੱਚੇ ਦਾ ਨੰਗੇਜ ਨਹੀਂ ਸੀ ਦੇਖ ਸਕਿਆ, ਉਹ ਹਿੰਦੁਸਤਾਨ ਨੂੰ ਕਿਵੇਂ ਨੰਗਾ ਹੁੰਦਾ ਵੇਖ ਲੈਂਦਾ। ਇਸੇ ਕਰਕੇ ਉਹ ਹਿੰਦ ਦੀ ਚਾਦਰ ਬਣੇ। ਗੁਰੂ ਤੇਗ ਬਹਾਦਰ ਸਾਡੇ ਵਾਸਤੇ ਚਾਨਣ ਮੁਨਾਰਾ ਨੇ, ਮਾਰਗਦਰਸ਼ਕ ਨੇ।
ਉਹਨਾਂ ਦਾ ਜੀਵਨ ਨੌਜਵਾਨ ਪੀੜ੍ਹੀ ਲਈ ਜੋਸ਼ ਪੈਦਾ ਕਰੇਗਾ। ਜੇ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇੱਕ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਉਹਨਾਂ ਨੇ ਸਿਰ ਦੇ ਕੇ ਦਿਖਾ ਦਿੱਤਾ, ਜੋ ਫਲਸਫਾ ਸੀ ਪੂਰਾ ਕਰ ਦਿੱਤਾ, ਕਾਣ ਨਹੀਂ ਕਿਸੇ ਸਿਰ ਦਿੱਤੇ ਹੋਏ। ਅਜਿਹੇ ਗੁਰੂਆਂ ਦੀ ਲੋੜ ਹੈ ਜੋ ਬਾਂਹ ਪਕੜ ਕੇ ਨਾਲ ਲੈ ਚੱਲਦੇ ਨੇ, ਕਿਨਾਰਾ ਪਾਰ ਕਰਾ ਦਿੰਦੇ ਨੇ, ਤੇ ਸਾਨੂੰ ਜਿਹੜਾ ਹੈ ਉਹਨਾਂ ਵਾਸਤੇ ਸਨਮਾਨ ਦੇਣਾ ਬਹੁਤ ਵੱਡੀ ਗੱਲ ਹੋਵੇਗੀ। ਸੋ ਅੰਤ ਵਿੱਚ ਮੈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਉੱਤੇ ਜੋ ਇਹ ਕਿਤੇ ਵੀ ਪ੍ਰੋਗਰਾਮ ਉਲੀਕੇ ਜਾ ਰਹੇ ਨੇ, ਉਹਨਾਂ ਤੋਂ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਗਿਆਨ ਗ੍ਰਹਿਣ ਕਰਨ ਦਾ ਜਿਹੜਾ ਹੈ ਸੰਦੇਸ਼ ਲੈਣ ਦਾ ਜੇਰਾ ਕਰਨਾ ਹੋਵੇਗਾ, ਇਹ ਕਾਮਨਾ ਕਰਦਾ, ਤਾਂ ਕਿ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਰਿਸ਼ੀਆਂ ਮੁਨੀਆਂ ਦੀ ਜੋ ਧਰਤੀ ਹੈ, ਸਜੋਇਆ ਹੋਇਆ ਸੁਪਨਾ ਹੈ, ਉਸ ਨੂੰ ਅਸੀਂ ਮਨੁੱਖਤਾਵਾਦੀ ਸਰੋਕਾਰਾਂ ਨੂੰ ਜਿਉਂਦਾ ਰੱਖ ਕੇ ਉੱਚਾ ਉਠਾ ਸਕੀਏ। ਕਿਉਂਕਿ ਨਕਲੀ ਖੱਲਾਂ ਨਾਲ ਕਿਸੇ ਅਸਲੀ ਸ਼ੇਰ ਨੂੰ ਡਰਾਇਆ ਨਹੀਂ ਜਾਂਦਾ, ਅਤੇ ਨਾ ਹੀ ਜੁਗਨੂਆਂ ਦੀ ਫੌਜ ਨਾਲ ਸੂਰਜ ਨੂੰ ਅਸੀਂ ਹਰਾ ਸਕਦੇ ਹਾਂ। ਸੋ ਸਭ ਤੋਂ ਵੱਡੀ ਗੱਲ ਹੈ ਕਿ ਆਤਮਿਕ ਤੌਰ ਤੇ ਮਜ਼ਬੂਤ ਹੋਈਏ, ਇਨਸਾਨੀਅਤ ਦਾ ਦਾਇਰਾ ਵਿਸ਼ਾਲ ਕਰੀਏ, ਇੱਕ ਦੂਸਰੇ ਦੇ ਹਮਦਰਦੀ ਭਾਈਚਾਰੇ ਦੀਆਂ ਤੰਦਾਂ ਨੂੰ ਹੋਰ ਵਧਾਉਂਦੇ ਹੋਏ ਇਨਸਾਨੀਅਤ ਦਾ ਪਾਠ ਪੜ੍ਹੀਏ। ਸੋ ਇਹੀ ਗੁਰੂ ਜੀ ਦਾ ਸੰਦੇਸ਼ ਸੀ ਕਿ ਪ੍ਰਮਾਤਮਾ ਸਰਬ ਵਿਆਪਕ ਹੈ, ਸਿਮਰਨ ਨਾਮ ਸਿਮਰਨ ਦੀ ਦਾਤ ਉਸਨੇ ਦੇਣੀ ਹੈ, ਉਹ ਸਿਮਰਨ ਹੀ ਸਾਡੇ ਵਾਸਤੇ ਸਭ ਤੋਂ ਵੱਡਾ ਖਜ਼ਾਨਾ ਹੈ। ਹੰਕਾਰ ਮਾਣ ਤਿਆਗ ਕੇ, ਵਿਕਾਰਾਂ ਤੋਂ ਦੂਰ ਹੋ ਕੇ, ਹਰਖ ਸੋਗ ਵਿੱਚੋਂ ਬਾਹਰ ਰਹਿ ਕੇ ਆਪਣੇ ਆਪ ਨੂੰ ਸਥਿਰ ਕਰ, ਤੇ ਜਦੋਂ ਆਪਣੇ ਆਪ ਦੀ ਪਛਾਣ ਕਰ ਲਏਗਾ, ਤੇਰੇ ਅੱਗੇ ਬਹੁਤ ਆਨੰਦ ਦੇ ਸੋਮੇ ਫੁੱਟਣਗੇ, ਤੇ ਉਹੀ ਆਨੰਦ ਜਿਹੜਾ ਹੈ ਪਰਮਾਤਮਾ ਤੱਕ ਲੈ ਜਾਏਗਾ, ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਹੋਏਗਾ, ਕੁਦਰਤ ਦੀ ਜਿਹੜੀ ਲੀਨਤਾ ਹੈ ਮਹਿਸੂਸ ਹੋਏਗੀ। ਸੋ ਉਹੀ ਆਨੰਦ ਜਿਹੜਾ ਹੈ ਉਸ ਨੂੰ ਪ੍ਰਾਪਤ ਕਰਨ ਦਾ ਜਿਹੜਾ ਹੈ ਉਹਨਾਂ ਦਾ ਸੰਦੇਸ਼ ਹੈ। ਧੰਨਵਾਦ, ਥੈਂਕ ਯੂ।